हेलो एवरीवन, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਆਪਾਂ ਅੱਜ ਟੌਪਿਕ ਕਰਾਂਗੇ ਕੈਮਿਸਟਰੀ ਦਾ ਲੈਕਚਰ 1 ਹੈ। ਆਪਾਂ ਅੱਜ ਟੌਪਿਕ ਕਰਾਂਗੇ ਮੈਟਲਸ ਐਂਡ ਨਾਨ ਮੈਟਲਸ। ਸੋ ਮੈਟਲ ਐਂਡ ਨਾਨ ਮੈਟਲ ਨੂੰ ਸਟਾਰਟ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਮੈਟਲ ਕੀ ਹੈ। ਬੇਸਿਕਲੀ ਪੰਜਾਬੀ ਚ ਗੱਲ ਕਰੀਏ ਮੈਟਲ ਮਤਲਬ ਧਾਤੂ, ਠੀਕ ਹੈ। ਸੋ ਮੈਟਲ ਤਾਂ ਬੇਸਿਕਲੀ ਮਤਲਬ ਕੀ ਹੈ ਧਾਤੂ। ਹੁਣ ਮੈਟਲ ਕੀ ਚੀਜ਼ ਹੈ, ਆਪਾਂ ਉਹਨੂੰ ਕਰਾਂਗੇ ਉਹਦੀ ਪ੍ਰੋਪਰਟੀਜ਼ ਦੇ ਥਰੂ। ਹੁਣ ਉਹਦੀ ਪ੍ਰੋਪਰਟੀਜ਼ ਕਰਨ ਦੇ ਲਈ ਸਭ ਤੋਂ ਪਹਿਲਾਂ ਫਿਜ਼ੀਕਲ ਪ੍ਰੋਪਰਟੀਜ਼ ਆਉਂਦੀਆਂ। ਬੱਚੇ ਫਿਜ਼ੀਕਲ ਪ੍ਰੋਪਰਟੀਜ਼ ਜਿਹੜੀਆਂ ਹੁੰਦੀਆਂ ਨੇ ਉਹ ਆਪਾਂ ਨੂੰ ਦੱਸਦੇ ਕਿ ਆਪਣੀ ਸ਼ਕਲ ਕਿਵੇਂ ਦੀ ਹੈ, ਆਪਣਾ ਫਿਜ਼ੀਕ ਕਿਵੇਂ ਦਾ ਵਾ, ਆਪਣਾ ਸਾਈਜ਼ ਕੀ ਹੈ, ਉਹਦੇ ਅਕੋਰਡਿੰਗ ਫਿਜ਼ੀਕਲ ਪ੍ਰੋਪਰਟੀਜ਼ ਹੁੰਦੀਆਂ। ਇੱਕ ਹੁੰਦੀ ਕੈਮੀਕਲ ਪ੍ਰੋਪਰਟੀਜ਼। ਕੈਮੀਕਲ ਪ੍ਰੋਪਰਟੀਜ਼ ਦਾ ਮਤਲਬ ਹੁੰਦਾ ਹੈ ਕਿ ਇਸ ਬੰਦੇ ਨੇ ਦੂਜੇ ਬੰਦੇ ਨੂੰ ਨਾਲ ਮਿਲ ਕੇ ਕੀ ਨਵਾਂ ਕੰਮ ਕਰਨਾ ਹੈ, ਠੀਕ ਹੈ। ਜਾਂ ਇਸ ਬੰਦੇ ਨੂੰ ਆਪਾਂ ਹਵਾ 'ਚ ਲੈ ਕੇ ਆਈਏ ਜਾਂ ਪਾਣੀ 'ਚ ਲੈ ਕੇ ਜਾਵਾਂਗੇ ਜਾਂ ਸੂਰਜ ਦੀ ਰੋਸ਼ਨੀ 'ਚ ਲੈ ਕੇ ਜਾਵਾਂਗੇ, ਉਹਦੇ ਨਾਲ ਕੀ ਫਰਕ ਪੈਣਾ। that is basically a physical property of chemical property of metal. So physical property of metal ਦੀ ਜੇ ਗੱਲ ਕਰੀਏ ਆਪਾਂ ਤਾਂ physical property of metal ਦੇ ਵਿੱਚ ਸਭ ਤੋਂ ਪਹਿਲਾਂ ਕਿ ਮੈਟਲਸ ਕੀ ਕਹਿੰਦੇ ਪਏ ਨੇ, ਸੋਲਿਡ ਹੈ। ਸੋਲਿਡ ਦਾ ਮਤਲਬ ਕੀ ਹੈ, ਉਹ ਹਾਰਡ ਹੁੰਦੇ ਆ, ਠੀਕ ਹੈ। ਸਿਰਫ ਮਰਕਰੀ ਨੂੰ ਛੱਡ ਕੇ, ਮਰਕਰੀ ਕੀ ਹੈ, ਲਿਕੁਇਡ ਹੁੰਦਾ ਹੈ ਰੂਮ ਟੈਂਪਰੇਚਰ ਤੇ, ਸਿਰਫ ਮਰਕਰੀ ਨੂੰ ਛੱਡ ਕੇ ਬਾਕੀ ਸਾਰੇ ਕੀ ਹੈ, ਸੋਲਿਡ। ਅੱਗੇ ਉਹ ਕਹਿੰਦੇ ਮੈਟਲ ਹਾਰਡ ਹੈ, ਸਿਰਫ ਲੀਥੀਅਮ, ਪੋਟੈਸ਼ੀਅਮ ਤੇ ਸੋਡੀਅਮ। ਹੁਣ ਲੀਥੀਅਮ, ਪੋਟੈਸ਼ੀਅਮ, ਸੋਡੀਅਮ ਦੀ ਗੱਲ ਕਰੀਏ ਤਾਂ ਆਪਾਂ ਪੀਰੀਓਡਿਕ ਟੇਬਲ ਪੜਿਆ ਹੋਇਆ। ਪੀਰੀਓਡਿਕ ਟੇਬਲ ਗਰੁੱਪ 1 ਦੇ ਐਲੀਮੈਂਟ ਨੇ। ਹੁਣ ਗਰੁੱਪ 1 ਦੇ ਉਹ ਐਲੀਮੈਂਟ ਉਹ ਸਾਰੇ ਮੈਟਲਸ ਨੇ, ਬਟ ਉਹ ਕੀ ਨੇ, ਹਾਰਡ ਨਹੀਂ ਹੈ, ਸੌਫਟ ਹੈ। ਮੈਟਲਸ ਕੀ, ਮੈਟੈਲਿਕ ਕਲਸਟਰ। ਮੈਟੈਲਿਕ ਤੋਂ ਯਾਰ ਆਂਸਰ ਯਾਦ ਰੱਖਣਾ ਦਾ ਮਤਲਬ ਕਿ ਸ਼ਾਈਨੀ ਹੈ, ਠੀਕ ਹੈ। ਮੈਟਲਸ ਆਰ ਮੈਲੇਬਲ। ਮੈਲੇਬਲ ਦਾ ਮਤਲਬ ਹੁੰਦਾ ਕਿ ਆਪਾਂ ਉਹਨੂੰ ਤਿੰਨ ਸ਼ੀਟਸ ਚ ਬੀਟ ਕਰਕੇ ਕਨਵਰਟ ਕਰ ਸਕਦੇ ਹਾਂ। ਕੈਨ ਬੀ ਬੀਟਨ ਇਨਟੂ ਤਿੰਨ ਸ਼ੀਟ। ਗੋਲਡ ਹੈ, gold is metal, ਆਪਾਂ ਇਹਨੂੰ ਹਥੌੜਾ ਮਾਰੀ ਜਾਵਾਂਗੇ, it can be converted into like this form. Metals are ductile, can be drawn into wires. Obviously metal ductile ਵੀ ਹੈ ਤੇ malleable ਵੀ। ਹੁਣ malleable ਤੇ ductile ਚ confuse ਨਹੀਂ ਹੋਣਾ। malleable ਦਾ ਮਤਲਬ ਹੈ ਕਿ thin sheets, ductile ਦਾ ਮਤਲਬ ਹੈ wires. So metals ਕੋਲ high melting point ਹੁੰਦਾ। ਹੁਣ ਬੱਚੇ high melting ਤੇ low melting point ਦੇ concept ਹੈ, ਉਹ ਦੇਖੋ ਕੀ ਚੀਜ਼ ਹੈ। high melting point, ਹਾਈ ਮੈਲਟਿੰਗ ਪੁਆਇੰਟ ਦਾ ਮਤਲਬ ਮੈਨੂੰ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ, ਐਕਸੈਸ ਟਾਈਮ ਟੂ ਮੈਲਟ, ਐਕਸੈਸ ਟਾਈਮ ਟੂ ਮੈਲਟ, ਬਹੁਤ ਜ਼ਿਆਦਾ ਟਾਈਮ ਲੱਗ ਰਿਹਾ। ਤੇ ਲੋ ਮੈਲਟਿੰਗ ਪੁਆਇੰਟ ਦਾ ਮਤਲਬ ਹੈ वेरी लेस टाइम, मतलब बहुत इजीली, यहाँ पर कह सकते हैं इजीली अपने को की हो जाएगी, मेल्ट हो जाएगी। सिमिलरली ओवें बॉइलिंग पॉइंट आएगा, ओवें ਇਹਦੇ ਚ ਵੀ ਕੀ ਆਏਗਾ, बॉइलिंग पॉइंट। इजीली ਹੁਣ देखो बच्चे अपने को फॉर एग्जांपल ਆਪਾਂ ਗੱਲ करिए, we have sugar in water and we have simply water। वाटर नु I'm just मैं एक एग्जांपल ले रही हूं, ठीक है। I'm just taking एग्जांपल। जब मैं अपने को शुगर इन वाटर है, देन इन्हें टाइम की लगेगा, ज्यादा टाइम लगेगा, तो इस करके उनका मेल्टिंग पॉइंट ते बॉइलिंग पॉइंट की हो जाएगा ज्यादा। वो भी कल्ला पानी है, पानी में पता है 100 डिग्री सेल्सियस से की हो जाना, उन्हें बॉइल हो जाना है, ठीक है। हुन आइस है, उन्हें भी 100 डिग्री सेल्सियस से पहुंच के उन्हें मेल्ट होना शुरू हो जाना, ठीक है। सो अपने को की हो जाएगा, ਉਹਦੇ ਵਿੱਚ ਪਤਾ ਲੱਗੇਗਾ ਕਿ ਉਹਦਾ ਬੋਇਲਿੰਗ ਪੁਆਇੰਟ ਕੀ ਹੈ, ਮੈਲਟਿੰਗ ਪੁਆਇੰਟ ਕੀ ਹੈ, ਘੱਟ ਹੈ। ਜੇ ਆਪਾਂ ਉੱਥੇ ਅੱਗੇ ਗੱਲ ਕਰੀਏ ਉਹਦੀ ਫਿਜ਼ੀਕਲ ਪ੍ਰੋਪਰਟੀਜ਼ ਦੀ, ਕਿ ਮੈਟਲਸ ਹੈਵ ਲੋ ਹਾਈ ਮੈਲਟਿੰਗ ਪੁਆਇੰਟ। ਗੈਲੀਅਮ ਤੇ ਸੀਜ਼ੀਅਮ, म्हणजे ਗੈਲੀਅਮ ਤੇ ਸੀਜ਼ੀਅਮ ਨੂੰ ਛੱਡ ਕੇ ਬਾਕੀ ਸਾਰਿਆਂ ਦਾ ਕੀ ਹੈ, ਹਾਈ ਮੈਲਟਿੰਗ ਪੁਆਇੰਟ ਹੈ। ਜਿਹੜੇ ਗੈਲੀਅਮ ਤੇ ਸੀਜ਼ੀਅਮ ਹੈ, ਜੇ ਆਪਾਂ ਉਹਨੂੰ ਆਪਣੇ ਹੈਂਡ ਤੇ ਵੀ ਰੱਖਦੇ ਆ ਤਾਂ ਕਿਉਂ ਇਹਨੇ ਮੈਲਟ ਹੋ ਜਾਂਦੇ ਆ। ਉਹਨਾਂ ਦਾ ਬੋਇਲਿੰਗ ਪੁਆਇੰਟ ਕੀ ਹੈ, ਜ਼ਿਆਦਾ। ਗੁੱਡ ਕੰਡਕਟਰਸ ਹੈ ਹੀਟ ਦੇ। ਹੁਣ ਦੇਖੋ ਭਾਜੀ ਬੈਸਟ ਕੰਡਕਟਰਸ ਕਿਹੜੇ ਆ, ਸਿਲਵਰ ਤੇ ਕਾਪਰ। ਪੂਅਰ ਕੰਡਕਟਰ ਕਿਹੜੇ ਆ, ਲੈਡ ਐਂਡ ਮਰਕਰੀ। ਐਮਸੀਕਿਊ ਬਣ ਸਕਦਾ ਇੱਥੇ। मतलब जिन्ने भी इंपॉर्टेंट चीज़ां सारियां ਤੁਹਾਨੂੰ ਇਸ ਵੀਡੀਓ ਦੇ ਵਿੱਚ ਨੋਟਸ ਦੇ ਵਿੱਚ ਮਿਲਣਗੀਆਂ, ਠੀਕ ਹੈ। ਮੈਟਲਸ ਆਰ ਗੁੱਡ ਕੰਡਕਟਰਸ ਆਫ ਇਲੈਕਟ੍ਰਿਸਿਟੀ। ਇਲੈਕਟ੍ਰਿਸਿਟੀ ਦੇ ਗੁੱਡ ਕੰਡਕਟਰ ਹੈ। ਹੁਣ ਦੇਖੋ ਗੁੱਡ ਕੰਡਕਟਰ ਦਾ ਮਤਲਬ ਕੀ ਹੈ, ਉਹਨਾਂ 'ਚ ਈਜ਼ੀਲੀ ਲਾਈਟ ਪਾਸ ਹੋ ਜਾਂਦੀ ਹੈ। ਫॉर एग्जांपल ਸਿਲਵਰ ਤੇ ਕਾਪਰ, ਆਪਾਂ ਕਹਿੰਦੇ ਆਪਣੇ ਘਰ ਦੇ ਵਿੱਚ ਕਿਹੜੀਆਂ ਵਾਇਰਸ ਲੱਗੀਆਂ, ਕਾਪਰ ਦੀਆਂ ਵਾਇਰਸ ਲੱਗੀਆਂ। ਸਿਲਵਰ ਦੀਆਂ ਵਾਇਰ ਕਿਉਂ ਨਹੀਂ ਆਉਂਦੀਆਂ, ਸਿਲਵਰ ਮਹਿੰਗਾ ਪੈਂਦਾ, ਠੀਕ ਹੈ। ਇਸ ਕਰਕੇ ਸਿਲਵਰ ਦੀਆਂ ਵਾਇਰਸ ਆਪਾਂ ਯੂਜ਼ ਨਹੀਂ ਕਰ ਸਕਦੇ। ਮੈਟਲ ਸਨੋਰਸ, ਸਨੋਰਸ ਦਾ ਮਤਲਬ ਕੀ ਹੈ, ਜਦੋਂ ਵੀ ਆਪਾਂ ਉਹਨੂੰ ਬੀਟ ਕਰਦੇ ਹਾਂ ਕਿ ਪ੍ਰੋਡਿਊਸ ਕਰਦੇ ਨੇ ਸਾਊਂਡ। ਆ ਆਪਣੇ ਕੋਲ ਸੀਗੀਆਂ ਫਿਜ਼ੀਕਲ ਪ੍ਰੋਪਰਟੀਜ਼ ਆਫ ਮੈਟਲ। ਹੁਣ ਬੱਚੇ ਨੈਕਸਟ ਆਪਣੇ ਕੋਲ ਹੈ ਫਿਜ਼ੀਕਲ ਪ੍ਰੋਪਰਟੀਜ਼ ਆਫ ਨॉन ਮੈਟਲ। ਹੁਣ ਨॉन ਮੈਟਲ ਕੀ ਹੋ ਜਾਏਗਾ, ਸਾਰਾ ਕੁਛ ਉਹਦਾ ਉਲਟਾ, ਠੀਕ ਹੈ। ਨॉन ਮੈਟਲ ਸੋਲਿਡ ਵੀ ਹੋ ਸਕਦਾ, ਲਿਕੁਇਡ ਵੀ ਹੋ ਸਕਦਾ, ਗੈਸ ਵੀ ਹੋ ਸਕਦਾ। ਸੋਲਿਡ ਕਿਹੜੇ ਕਿਹੜੇ ਨੇ, ਕਾਰਬਨ, ਸਲਫਰ, ਫਾਸਫੋਰਸ, ਠੀਕ ਹੈ। ਹੁਣ ਆਪਾਂ ਅਗਲੀ ਗੱਲ ਕਰੀਏ ਲਿਕੁਇਡ ਕੀ ਹੈ। ਸਿਰਫ ਇਹੋ ਜਿਹਾ ਲਿਕੁਇਡ ਆਪਣੇ ਕੋਲ ਨॉन ਮੈਟਲ ਹੈ, ਬ੍ਰੋਮੀਨ। ब्रोमीन की अपने को लिक्विड नॉन मेटल है। अब ये एमसीक्यू बन सकता है। गैसेस च क्या आएंगे, ऑक्सीजन, हाइड्रोजन, नाइट्रोजन, एक्स्ट्रा व्हाटएवर सारियां। ਹੁਣ ਨॉन ਮੈਟਲਸ ਕਹਿੰਦੇ ਸੌਫਟ ਨੇ, ਸਿਰਫ ਡਾਇਮੰਡ ਨੂੰ ਛੱਡ ਕੇ ਬਾਕੀ ਜਿੰਨੇ ਵੀ ਨॉन ਮੈਟਲਸ ਐਗਜ਼ਿਸਟ ਕਰਦੇ ਨੇ ਉਹ ਆਪਣੇ ਕੋਲ ਕੀ ਹੋਣਗੇ, ਸੌਫਟ। ਹੁਣ ਜੇ ਆਪਾਂ ਨॉन ਮੈਟਲਸ ਦੀ ਗੱਲ ਕਰੀਏ, ਨॉन ਮੈਟਲਸ ਬੇਸਿਕਲੀ ਆਪਣੇ ਕੋਲ ਲਸਟਰਸ ਹੁੰਦੇ ਆ, ਡੋਂਟ ਹੈਵ ਲਸਟਰਸ।
मतलब सिर्फ एक आयोडीन एवें है जिहदे आयोडीन च शाइन होंदी है, ठीक है। आयोडीन बेसिकली क्या है अपने को, और शाइनी मेटल, नॉन मेटल है, शाइनी नॉन मेटल। बाकी जिन्ने भी है नो लस्टर, मतलब नो शाइन। ਹੁਣ ਆਪਣੇ ਕੋਲ ਸੋਲਿਡ ਵੀ ਹੁੰਦੇ ਆ, ਲਿਕੁਇਡ ਵੀ ਹੁੰਦੇ ਆ, ਗੈਸ ਵੀ ਹੁੰਦੇ ਆ। ਸੋਲਿਡ ਕਿਹੜੇ ਕਿਹੜੇ ਆ, ਤਿੰਨ। ਲਿਕੁਇਡ ਬੱਚੇ ਐਕਸੈਕਟਰਾ ਦਾ ਮਤਲਬ ਹੈ ਕਿ ਹੋਰ ਵੀ ਹੈਗੇ ਨੇ, ਠੀਕ ਹੈ। ਹੁਣ ਸਾਰੀ ਕਾਰਬਨ ਫੈਮਿਲੀ ਆ ਗਈ, ਆਕਸੀਜਨ, ਹਾਈਡਰੋਜਨ, ਨਾਈਟ੍ਰੋਜਨ, ਇਹ ਸਾਰੀ ਗੈਸਿਸ ਹੈ। ਮੈਲੇਬਲ, ਮੈਲੇਬਲ ਦਾ मतलब किसी नॉट इनटू थिन शीट। फिर अपने को आंदा डक्टाइल, डक्टाइल का मतलब किसी नॉट इनटू वायर्स, कैन नॉट बी ड्रॉन इनटू वायर्स। जे ਆਪਾਂ नॉन मैटल की गल करिए, सॉलिड भी होंगे, लिक्विड भी होंगे, तो इन्हां दा लो मेल्टिंग पॉइंट है। ਜਿਹੜੇ नॉन मैटल सॉलिड ਤੇ लिक्विड ਆ, ਉਹ ਦੋਨਾਂ ਦਾ मेल्टिंग पॉइंट ਹੋਏਗਾ लो, ਤੇ ਜਿਹੜੇ नॉन मैटल्स ਉਵੇਂ सॉलिड ਤੇ लिक्विड ਆ, ਉਹਨਾਂ ਦਾ बॉइलिंग पॉइंट भी ਹੋਏਗਾ लो। ਇਹ ਦੋਨੋਂ ਚੀਜ਼ਾਂ ਆਪਾਂ ਹੁਣੇ ਕੀਤੀਆਂ ਕਿ लो ਦਾ ਮਤਲਬ ਤੇ हाई ਦਾ ਮਤਲਬ ਕੀ ਹੈ। नॉन मैटल्स बैड कंडक्टर ऑफ हीट एंड इलेक्ट्रिसिटी ऑब्वियसली। सिर्फ एक ग्रेफाइट ਨੂੰ ਛੱਡ ਕੇ, ग्रेफाइट ਕੀ ਹੈ, गुड कंडक्टर। बच्चा अभी एमसीक्यू बन सकता है। नॉन मैटल्स आर नॉट सोनरस, कोई साउंड नहीं प्रोड्यूस करते। अगला बच्चे जे ਆਪਾਂ ਗੱਲ ਕਰੀ ਕੈਮੀਕਲ ਪ੍ਰੋਪਰਟੀਜ਼ ਆਫ ਮੈਟਲ। ਹੁਣ ਜੇ ਕੈਮੀਕਲ ਪ੍ਰੋਪਰਟੀਜ਼ ਮੈਟਲ ਦੀ ਗੱਲ ਮੈਂ ਕੀ ਕਿਹਾ ਸੀਗਾ, ਉਹਨੇ ਦੂਜੇ ਬੰਦੇ ਨਾਲ ਰਿਐਕਟ ਕਰਕੇ ਕੀ ਨਵੀਂ ਚੀਜ਼ ਬਣਾਣੀ ਹੈ, दैट इज द केमिकल प्रॉपर्टी, ठीक है। ਤੇ ਜੇ ਆਪਾਂ ਪਹਿਲੀ ਗੱਲ ਕਰੀਏ ਕੈਮੀਕਲ ਪ੍ਰੋਪਰਟੀ ਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਪਿਆ ਰਿਐਕਸ਼ਨ ਵਿਦ ਆਕਸੀਜਨ। ਜਿਹੜੇ ਮੈਟਲਸ ਹੈ, ਕੋਈ ਵੀ ਮੈਟਲ ਹੈ, ਉਹਨੂੰ ਆਪਾਂ ਆਕਸੀਜਨ ਇਜ਼ O2, ਆਪਾਂ ਉਹਨੂੰ ਰਿਐਕਟ ਕਰਾਂਗੇ, ਆਪਣੇ ਕੋਲ ਕੀ ਬਣ ਜਾਏਗਾ 2MO। व्हाट यू हमेशा याद रखना है, मेटल प्लस ऑक्सीजन अपने को की बनेगा मेटल ऑक्साइड। व्हाट यू गेट, मेटल ऑक्साइड। हुन देखो बच्चे 2 टाइम्स कॉपर लिया प्लस O2 लिया, अपने को की बन गया 2 टाइम्स कॉपर ऑक्साइड। जो सिमिलरली आप एल्यूमीनियम नु करांगे ते एल्यूमीनियम दे नाल भी की होएगा, अपने को एल्यूमीनियम ऑक्साइड बनेगा। दिस इज योर कॉपर ऑक्साइड। हुन देखो एल्यूमीनियम है, एल्यूमीनियम दे केस दे विच हमेशा अपने को एल्यूमीनियम ऑक्साइड दा फार्मूला होंदा Al2O3। ਹੁਣ ਆਪਾਂ ਇਹਦੇ ਚ ਕੀ ਲਿਆ, ਐਲੂਮੀਨੀਅਮ ਲਈ, ਇਹਦੇ ਚ ਆਕਸੀਜਨ ਦਾ ਆਟੋ ਹੀ ਆਏਗਾ। ਹੁਣ Al2 ਚਾਹੀਦਾ ਤੇ ਆਪਣੇ ਕੋਲ ਦੇਖੋ Al ਕਿੰਨੇ ਹੈ 2। ਮੈਂ ਇੱਥੇ ਹੀ ਗੱਲ ਕੀਤੀ ਕਿ 2 ਅੱਗੇ ਆਣਾ ਹੀ ਆਣਾ, ਇੱਥੇ ਕਿੰਨਾ ਆ ਜਾਏਗਾ 4 ਟਾਈਮਸ ਐਲੂਮੀਨੀਅਮ, 2 into 3 6, 3O2 ਆ ਜਾਏਗਾ ਆ ਚੀਜ਼। ਹੁਣ ਦੇਖੋ ਜੀ ਸਮ ਮੈਟਲ ਆਕਸਾਈਡ ਆਰ ਬੇਸਿਕ ਆਕਸਾਈਡਸ। ਹੁਣ ਬੇਸਿਕ ਆਕਸਾਈਡਸ ਵੀ ਬਣਾਉਂਦੇ ਬਿਕੋਜ਼ ਦੇ ਰਿਐਕਟ ਵਿਦ ਵਾਟਰ ਟੂ ਫਾਰਮ ਬੇਸਿਸ। ਹੁਣ ਕੁਝ ਐਵੇਂ ਦੇ ਵੀ ਮੈਟਲ ਆਕਸਾਈਡਸ ਆ ਕੀ ਬਣਾਉਣਗੇ ਬੇਸਿਕ ਆਕਸਾਈਡ। ਵਿੱਚ ਬੇਸਿਕ ਕਿਹੜੇ ਹੋਣਗੇ, ਹੁਣ ਇੱਕ ਹੁੰਦਾ ਐਸਿਡ। ਹੁਣ ਪਹਿਲੀ ਗੱਲ ਤਾਂ ਤੁਹਾਨੂੰ ਐਸਿਡ ਤੇ ਬੇਸ ਬਾਰੇ ਪਤਾ ਹੋਣਾ ਚਾਹੀਦਾ ਹੈ। ਐਸਿਡ ਤੇ ਬੇਸ ਕੀ ਹੁੰਦੇ ਆ, ਐਸਿਡ ਤੇ ਬੇਸ ਬਾਰੇ ਜੇ ਆਪਾਂ ਗੱਲ ਕਰੀਏ, ਐਸਿਡ ਕੀ ਚੀਜ਼ ਹੈ ਔਰ ਬੇਸ ਕੀ ਹੁੰਦੇ ਆ। ਬੱਚੇ ਬੇਸ ਉਹ ਹੁੰਦੇ ਜਿਨ੍ਹਾਂ ਕੋਲ OH ਨੈਗੇਟਿਵ ਆਇਨ ਹੁੰਦਾ ਹੈ, ਐਸਿਡ ਉਹ ਹੁੰਦੇ ਜਿਨ੍ਹਾਂ ਕੋਲ H ਪੋਜ਼ਿਟਿਵ ਆਇਨ ਹੁੰਦਾ ਹੈ। ਆ ਦੋਵਾਂ ਚ ਡਿਫਰੈਂਸ ਹੈ ਐਸਿਡ ਤੇ ਬੇਸ ਦਾ। ਹੁਣ ਦੇਖੋ ਬੱਚੇ H2O, ਇਹਦੇ ਕੋਲ ਆਪਣੇ ਕੋਲ ਕੀ ਬਣਦਾ ਪਿਆ H ਪੋਜ਼ਿਟਿਵ ਪਲਸ OH ਨੈਗੇਟਿਵ। H पॉजिटिव प्लस O, मतलब एसिड भी हैगा ते बेस भी हैगा, ठीक है। हुन H पॉजिटिव आ गया आएगा एसिड, OH नेगेटिव क्या आएगा बेस। हुन बच्चे NaOH, हुन इनदे च क्या आएगा Na पॉजिटिव OH नेगेटिव। OH नेगेटिव की है बेस। हुन ए की बनांदे पे ऑक्साइड, इनु बोलदे की है सोडियम हाइड्रोक्साइड, ठीक है। सोडियम की अपने कोल बेस है, बेसिक ऑक्साइड बन गया क्योंकि OH नेगेटिव की होंदा पे इनदे च रिलीज हो रहा है, ठीक है। तो ਹੁਣ ਆਪਾਂ ਜੇ ਨੈਕਸਟ ਗੱਲ ਕਰੀਏ ਇਹਦੇ ਵਿੱਚ 4 ਟਾਈਮਸ Na। ਹੁਣ ਕੋਈ ਮੈਟਲ ਆਕਸਾਈਡ ਕਹਿੰਦੇ ਬੇਸਿਕ ਆਕਸਾਈਡਸ ਹੁੰਦੇ ਆ ਬਿਕੋਜ਼ ਉਹ ਰਿਐਕਟ ਕਰਦੇ ਵਾਟਰ ਦੇ ਨਾਲ ਤੇ ਆਪਣੇ ਕੋਲ ਕੀ ਬਣਾਉਂਦੇ ਪਏ ਬੇਸ। ਹੁਣ ਆਪਣੇ ਕੋਲ 4 ਟਾਈਮਸ ਸੋਡੀਅਮ ਲਿਆ, ਉਹਨੇ ਆਕਸੀਜਨ ਪਾਇਆ ਤੇ ਆਪਣੇ ਕੋਲ ਕੀ ਬਣਿਆ 2Na2O। ਹੁਣ ਜਿਹੜਾ 2Na2O ਹੈ ਉਹ ਫਰਦਰ ਕੀ ਕਰਦਾ ਪਿਆ ਵਾਟਰ ਨਾਲ ਰਿਐਕਟ ਕਰਕੇ ਆਪਣੇ ਕੋਲ ਕੀ ਬਣਾਉਂਦਾ ਪਿਆ ਸੋਡੀਅਮ ਹਾਈਡਰੋਕਸਾਈਡ 2 ਟਾਈਮਸ। ਸਿਮਿਲਰਲੀ K+O2 ਵੀ ਆਪਣੇ ਕੋਲ ਕੀ ਬਣਾਉਂਦਾ ਪਿਆ ਪੋਟਾਸ਼ੀਅਮ ਹਾਈਡਰੋਕਸਾਈਡ। ਹੁਣ ਸਭ ਮੈਟਲ ਆਕਸਾਈਡ ਉਹ ਆਪਣੇ ਕੋਲ ਐਸਿਡਿਕ ਤੇ ਬੇਸਿਕ ਵੀ, ਜਿਹੜੀ ਚੀਜ਼ ਐਸਿਡ ਵੀ ਹੋਵੇ ਤੇ ਬੇਸ ਵੀ ਹੋਵੇ ਉਹਨੂੰ ਆਪਾਂ ਕੀ ਬੋਲਦੇ ਆ ਐਮਫੋਟੋਰਿਕ ਆਕਸਾਈਡਸ। ਫॉर एग्जांपल ਐਲੂਮੀਨੀਅਮ ਆਕਸਾਈਡ ਹੋ ਗਿਆ, ਜ਼ਿੰਕ ਆਕਸਾਈਡ ਵੀ ਹੋ ਗਿਆ। ਇਨ ਐਲੂਮੀਨੀਅਮ ਆਕਸਾਈਡ Al2O3, ਜ਼ਿੰਕ ਆਕਸਾਈਡ ZnO, ਇਹ ਆਪਣੇ ਕੋਲ ਕੀ ਹੈ ਐਮਫੋਟੋਰਿਕ। ਐਮਫੋਟੋਰਿਕ ਕੀ ਹੈ ਬਿਕੋਜ਼ ਇਹ ਐਜ਼ ਅ ਬੇਸ ਵੀ ਆਪਣੇ ਕੋਲ ਬਿਹੇਵ ਕਰਦੇ ਆ, ਐਜ਼ ਅ ਐਸਿਡਿਕ ਪ੍ਰੋਪਰਟੀ ਵੀ ਸ਼ੋ ਕਰਦੇ ਆ। ਹੁਣ ਬੇਸ ਦੇ ਵਿੱਚ ਕੀ ਕਰਨਗੇ, ਜਦੋਂ ਬੇਸਿਕ ਦੀ ਗੱਲ ਕਰਾਂਗੇ ਤਾਂ ਇਹ ਰਿਐਕਟ ਕਰੇਗਾ HCl ਦੇ ਨਾਲ, ਤੇ ਜਦੋਂ ਆਪਾਂ ਐਸਿਡਿਕ ਦੇ ਨਾਲ ਕਰਾਂਗੇ ਤੇ ਆਪਣੇ ਕੋਲ ਰਿਐਕਟ ਕਰੇਗਾ NaOH ਦੇ ਨਾਲ, ਤੇ ਆਪਣੇ ਕੋਲ ਕੀ ਬਣ ਜਾਏਗਾ ਸੋਡੀਅਮ ਐਲੂਮੀਨੇਟ ਜਦੋਂ ਕੀ ਹੋਏਗਾ ਐਸਿਡਿਕ। ਆ ਆਪਣੇ ਕੋਲ ਸੀਗੀ ਫਰਸਟ ਕੈਮੀਕਲ ਪ੍ਰੋਪਰਟੀ ਜਿਹਦੇ ਵਿੱਚ ਆਪਾਂ ਗੱਲ ਕੀਤੀ ਹੈ ਰਿਐਕਸ਼ਨ ਵਿਦ ਆਕਸੀਜਨ। ਦਿਸ ਇਜ਼ ਯੋਰ ਰਿਐਕਸ਼ਨ ਵਿਦ ਆਕਸੀਜਨ।
ਹੁਣ ਆਪਾਂ ਨੈਕਸਟ ਗੱਲ ਕਰ ਰਹੇ ਹਾਂ ਇਹਦੇ ਵਿੱਚ। ਨੈਕਸਟ ਗੱਲ ਦੇ ਵਿੱਚ ਹੈ ਕਿ ਜਿਹੜੀ ਰਿਐਕਟੀਵਿਟੀ ਹੈ ਡਿਫਰੈਂਟ ਮੈਟਲਸ ਦੀ ਆਕਸੀਜਨ ਦੇ ਨਾਲ ਡਿਫਰੈਂਟ ਹੈ। ਹੁਣ ਡਿਫਰੈਂਟ ਕਿਵੇਂ ਹੋਏਗੀ? ਜੇ ਮੈਟਲਸ ਹੈ ਜਿਵੇਂ ਪੋਟੈਸ਼ੀਅਮ ਹੋ ਗਿਆ, ਸੋਡੀਅਮ ਹੋ ਗਿਆ, ਉਹ ਬਹੁਤ ਈਜ਼ੀਲੀ ਰਿਐਕਟ, ਵਿਗਰਸਲੀ ਦਾ ਮਤਲਬ ਬਹੁਤ ਈਜ਼ੀਲੀ ਆਕਸੀਜਨ ਨਾਲ ਰਿਐਕਟ ਕਰਦੇ ਆ। ਇਸ ਕਰਕੇ ਉਹ ਕੀ ਕਰ ਸਕਦੇ, ਜਦੋਂ ਆਪਾਂ ਇਹਨਾਂ ਨੂੰ ਓਪਨ ਰੱਖਦੇ ਆ ਤੇ ਉਹ ਕੀ ਕਰਦੇ, ਫਾਇਰ ਕੈਚ ਕਰ ਲੈਂਦੇ ਆ। ਇਸ ਕਰਕੇ ਆਪਾਂ ਇਹਨਾਂ ਨੂੰ ਕੀ ਕਰਦੇ, ਸਟੋਰ ਕਰਦੇ ਆ ਕੈਰੋਸਿਨ ਦੇ ਵਿੱਚ। ਕੈਰੋਸਿਨ ਦੇ ਵਿੱਚ ਸਟੋਰ ਕਰਨ ਦਾ ਕੀ ਮਤਲਬ ਹੈ ਕਿ ਜੇ ਆਪਾਂ ਇਹਨਾਂ ਨੂੰ ਖੁੱਲੇ 'ਚ ਰੱਖ ਦਾਂਗੇ ਤਾਂ ਇਹ ਕੀ ਕਰਨਗੇ, ਫਾਇਰ ਕੈਚ ਕਰ ਲੈਣਗੇ ਤਾਂ ਅੱਗ ਲੱਗ ਜਾਏਗੀ। ਤੇ ਉਸ ਬਰਨਿੰਗ ਨੂੰ ਬਚਾਉਣ ਦੇ ਲਈ ਆਪਾਂ ਪੋਟੈਸ਼ੀਅਮ ਤੇ ਸੋਡੀਅਮ ਨੂੰ, ਜਦੋਂ ਵੀ ਆਪਾਂ 10th ਕਲਾਸ 'ਚ ਹੁੰਦੇ ਸੀ, 9th ਕਲਾਸ 'ਚ ਹੁੰਦੇ ਸੀ, ਆਪਣੇ ਕੋਲ ਬੜਾ ਇੰਪੋਰਟੈਂਟ ਕੁਐਸਚਨ ਹੁੰਦਾ ਸੀ, ਵਾਈ ਸੋਡੀਅਮ ਇਜ਼ ਕੈਪਟ ਇਨ ਕੈਰੋਸਿਨ। ਆ ਆਂਸਰ ਹੈ ਵੀ ਹੁੰਦਾ ਕਿ ਜੇ ਆਪਾਂ ਉਹਨੂੰ ਓਪਨਲੀ ਰੱਖਾਂਗੇ ਤੇ ਉਹ ਫਾਇਰ ਕੈਚ ਕਰੇਗਾ, ਫਾਇਰ ਕੈਚ ਕਰੇਗਾ ਤੇ ਆਪਣੇ ਕੋਲ ਉਹਨੂੰ ਕੀ ਕਰੇਗਾ, ਸਟੋਰ ਕਰਨ ਦੇ ਲਈ ਆਪਾਂ ਉਹਨੂੰ ਕੈਰੋਸਿਨ 'ਚ ਰੱਖਦੇ ਸੋ ਦੈਟ ਬਰਨਿੰਗ ਨਾ ਹੋਵੇ। ਜੇ ਆਪਾਂ ਮੈਗਨੀਸ਼ੀਅਮ ਨੂੰ ਹੀਟ ਕਰਦੇ ਹਾਂ, ਕੀ ਕਹਿੰਦੇ, ਮੈਗਨੀਸ਼ੀਅਮ ਇਜ਼ ਹੀਟਡ ਕਿਹਦੇ ਨਾਲ, ਆਕਸੀਜਨ ਦੇ ਨਾਲ। ਉਹ ਕੀ ਬ੍ਰਾਈਟ ਫਲੇਮ ਪ੍ਰੋਡਿਊਸ ਕਰਦਾ। ਆਇਰਨ ਨੂੰ ਹੀਟ ਕਰਦੇ ਆ, ਬ੍ਰਾਈਟਲੀ ਗਲੋ ਕਰਦਾ ਹੈ। ਕੋਪਰ ਹੀਟਡ, ਇਟ ਡਸ ਨਾਟ ਬਰਨ ਬਟ ਫਾਰਮਸ ਅ ਬਲੈਕ ਕੋਟਿੰਗ ਆਫ ਕੋਪਰ ਆਕਸਾਈਡ। ਜਦੋਂ ਵੀ ਕੋਪਰ ਨੂੰ ਆਪਾਂ ਆਕਸੀਜਨ ਦੇ ਨਾਲ ਰਿਐਕਟ ਕਰਦੇ ਆ, ਉਹ ਕੀ ਕਰਦਾ, ਆਪਣੇ ਕੋਲ ਬਲੈਕ ਕੋਟਿੰਗ ਕਰ ਦਿੰਦਾ ਕੋਪਰ ਆਕਸਾਈਡ ਦੀ। ਜਿਹੜੀ ਸਿਲਵਰ ਤੇ 골ਡ ਹੈ ਉਹ ਰਿਐਕਟ ਨਹੀਂ ਕਰਦੇ ਆਕਸੀਜਨ ਦੇ ਨਾਲ, ਭਾਵੇਂ ਹਾਈ ਟੈਂਪਰੇਚਰ ਹੋਵੇ ਭਾਵੇਂ ਲੋ ਟੈਂਪਰੇਚਰ ਹੋਵੇ, ਉਹਨਾਂ ਨੇ ਰਿਐਕਟ ਨਹੀਂ ਕਰਨਾ। ਸਿਲਵਰ, ਹੁਣ ਦੇਖੋ ਵੀ ਜੇ ਆਕਸੀਜਨ ਦੇ ਨਾਲ ਆਪਣੇ ਕੋਲ ਸਿਲਵਰ, ਕਈ ਲੋਕਾਂ ਨੇ ਚਾਂਦੀ ਦਾ ਕੜਾ ਪਾਇਆ ਹੁੰਦਾ, ਜੋ ਕੁਝ ਵੀ ਆਪਣੇ ਕੋਲ ਉਹ ਆਕਸੀਜਨ ਦਾ ਆਪਣੇ 에ਅਰ ਦੇ ਵਿੱਚ ਮੌਜੂਦ ਹੈ, ਇਟ ਮੀਨਸ ਕਿ ਉਹ ਤਾਂ ਈਜ਼ੀਲੀ ਆਪਣੇ ਕੋਲ ਫਾਇਰ ਕੈਚ ਕਰ ਲੇਗਾ ਜੋ ਆਕਸੀਜਨ ਨਾਲ ਰਿਐਕਟ ਹੋਵੇ, ਅਦਰਵਾਈਜ਼ ਰਿਐਕਟ ਨਹੀਂ ਹੁੰਦੇ। ਜਾਂ ਕਾਲਾ ਹੋ ਜਾਏਗਾ, ਬਹੁਤ ਲੇਟ ਜਾ ਕੇ ਉਹ ਕਾਲਾ ਹੁੰਦਾ ਜਸਟ ਡਿਊ ਟੂ ਔਨ ਦਾ ਰਿਐਕਸ਼ਨ ਵਾਟਰ ਦੇ ਨਾਲ ਹੋਵੇ ਜਾਂ ਕੁਝ ਵੀ ਹੋਵੇ। ਸਮ ਮੈਟਲਸ ਜਿਵੇਂ ਆਪਣੇ ਕੋਲ ਮੈਗਨੀਸ਼ੀਅਮ ਹੈ ਤੇ ਐਲੂਮੀਨੀਅਮ ਹੈ, ਹੁਣ ਆ ਇੰਪੋਰਟੈਂਟ ਹੈ। ਜ਼ਿੰਕ ਹੋ ਗਿਆ, ਲੈਡ ਹੋ ਗਿਆ, ਉਹ ਕੀ ਕਰਦੇ, ਆਕਸਾਈਡ ਦੀ ਲੇਅਰ ਬਣਾ ਦਿੰਦੇ ਆ ਜੋ ਆਪਣੇ ਕੋਲ ਆਕਸੀਡੇਸ਼ਨ ਕਰਨ ਤੋਂ ਕੀ ਕਰਦੀ ਪਈ, ਰੋਕਦੀ ਹੈ। ਉਹਨਾਂ ਨੂੰ ਕੀ ਬੋਲਦੇ, ਸੈਲ ਆਫ ਪ੍ਰੋਟੈਕਟਿੰਗ ਮੈਟਲਸ। ਠੀਕ ਹੈ, ਉਹ ਮੈਟਲਸ ਜਿਹੜੇ ਆਕਸਾਈਡ ਦੀ ਲੇਅਰ ਬਣਾ ਦਿੰਦੇ ਆ ਕਿ ਆਕਸੀਡੇਸ਼ਨ ਫਰਦਰ ਨਾ ਹੋਵੇ, ਉਹਨਾਂ ਨੂੰ ਆਪਾਂ ਕੀ ਬੋਲਦੇ ਆ, ਸੈਲ ਆਫ ਪ੍ਰੋਟੈਕਟਿੰਗ ਮੈਟਲ। ਕਲੀਅਰ ਹੈ। ਹੁਣ ਆਪਣੇ ਕੋਲ ਆਏਗਾ ਨੈਕਸਟ ਟੌਪਿਕ, ਰਿਐਕਸ਼ਨ ਵਿਦ ਵਾਟਰ। ਹੁਣ ਰਿਐਕਸ਼ਨ ਵਿਦ ਵਾਟਰ ਦੇ ਵਿੱਚ ਆਪਣੇ ਕੋਲ ਕੀ ਆਏਗਾ, ਟੂ ਫਾਰਮ ਅ ਮੈਟਲ ਆਕਸਾਈਡ ਔਰ ਮੈਟਲ ਹਾਈਡਰੋਕਸਾਈਡ। ਮੈਟਲ ਆਕਸਾਈਡ ਦੇ ਵਿੱਚ ਕੀ ਆਏਗਾ, MO। ਮੈਟਲ ਹਾਈਡਰੋਕਸਾਈਡ ਦੇ ਵਿੱਚ ਕੀ ਆਏਗਾ, MOH, ਕਿਉਂ ਆ ਚੀਜ਼ਾਂ ਬਣਾਉਂਦੇ, ਐਂਡ ਹਾਈਡਰੋਜਨ। ਹੁਣ ਦੇਖੋ ਮੈਟਲ ਆਕਸਾਈਡ ਪਲੱਸ ਹਾਈਡਰੋਜਨ ਆਏਗਾ, MOH ਪਲੱਸ H2 ਆਏਗਾ। 2 ਐਡ ਨੇ, ਬੱਚੇ ਸੋਡੀਅਮ ਹੈ, ਜਦੋਂ ਵਾਟਰ ਨਾਲ ਰਿਐਕਟ ਕਰਦਾ, ਕਹਿੰਦੇ ਆਪਣੇ ਕੋਲ ਜਾਂ ਤਾਂ ਮੈਟਲ ਆਕਸਾਈਡ ਬਣਾਉਂਦਾ ਜਾਂ ਮੈਟਲ ਹਾਈਡਰੋਕਸਾਈਡ ਬਣਾਉਂਦਾ, ਆਪਣੇ ਕੋਲ ਕੀ ਆ ਜਾਏਗਾ, NaOH। ਹੁਣ ਦੇਖੋ ਵਾਟਰ, ਹਾਈਡਰੋਜਨ ਬਾਹਰ ਆ ਗਿਆ, H2, ਹਾਈਡਰੋਜਨ ਕਿੰਨੇ ਹੋ ਗਏ ਆਪਣੇ ਕੋਲ ਤੇ 3, ਤੇ ਆਪਾਂ ਇਹਨੂੰ ਕੰਪਲੀਟ ਕਰਨ ਦੇ ਲਈ ਕੀ ਕਰਾਂਗੇ, 2 ਟਾਈਮਸ ਮਲਟੀਪਲਾਈ ਕਰ ਦਾਂਗੇ ਸਾਰਿਆਂ ਦੇ ਨਾਲ। ਉਵੇਂ ਆਪਣੇ ਕੋਲ ਪੋਟੈਸ਼ੀਅਮ ਦੀ ਰਿਐਕਸ਼ਨ ਹੈ, ਉਵੇਂ ਕੈਲਸ਼ੀਅਮ ਦੀ ਹੈ, ਉਵੇਂ ਐਲੂਮੀਨੀਅਮ ਦੀ, ਉਵੇਂ ਆਇਰਨ ਦੀ ਹੈ। ਹੁਣ ਆਇਰਨ ਜਿਹੜਾ ਆਪਣੇ ਕੋਲ ਕੀ ਹੈ, ਉਹ ਕੀ ਬਣਾਉਂਦਾ ਪਿਆ, ਮੈਟਲ ਆਕਸਾਈਡ ਪਲੱਸ ਹਾਈਡਰੋਜਨ। ਠੀਕ ਹੈ, ਦੈਨ ਆਪਣੇ ਕੋਲ ਹੈ ਜਿਹੜੀ ਰਿਐਕਟੀਵਿਟੀ ਹੈ ਮੈਟਲ ਦੀ ਵਾਟਰ ਦੇ ਨਾਲ, ਉਹ ਵੀ ਕੀ ਹੈ, ਡਿਫਰੈਂਟ, ਜਿਵੇਂ ਆਪਣੇ ਕੋਲ ਆਕਸੀਜਨ ਦੀ ਸੀ। ਹੁਣ ਦੇਖੋ ਜਿਹੜੇ ਸੋਡੀਅਮ ਤੇ ਪੋਟੈਸ਼ੀਅਮ ਹੈ ਉਹ ਰਿਐਕਟ ਵਾਇਲੈਂਟਲੀ, ਬਹੁਤ ਈਜ਼ੀਲੀ, ਬਹੁਤ ਵਾਇਲੈਂਟਲੀ ਰਿਐਕਟ ਕਰਦੇ ਕੋਲਡ ਵਾਟਰ ਦੇ ਨਾਲ, ਸੋ ਦੈਟ ਕਿ ਆਪਣੇ ਕੋਲੋਂ ਕੀ ਬਣ ਜਾਂਦੇ ਆ, to form sodium hydroxide and hydrogen and catches fire। ਹੁਣ ਬੱਚੇ ਸੋਡੀਅਮ ਤੇ ਪੋਟੈਸ਼ੀਅਮ ਨੂੰ ਆਪਾਂ ਉਹ ਕੋਲਡ ਵਾਟਰ ਦੇ ਨਾਲ ਵੀ ਰਿਐਕਟ ਕਰਦੇ ਆ ਤੇ ਈਜ਼ੀਲੀ ਫਾਇਰ ਕੈਚ ਵੀ ਕਰ ਲੈਂਦੇ ਆ। ਠੀਕ ਹੈ, ਉਵੇਂ ਹੀ ਆਪਾਂ ਉਹਨਾਂ ਨੂੰ ਕਿੰਦੇ ਚ ਸਟੋਰ ਕਰਦੇ, ਜਦੋਂ ਆਕਸੀਜਨ ਦੇ ਕੇਸ ਦੇ ਵਿੱਚ ਵੀ ਉਹ ਆਪਾਂ ਨੂੰ ਕੈਰੋਸਿਨ ਦੇ ਵਿੱਚ ਸਟੋਰ ਕਰਦੇ ਸੀ। ਕੈਲਸ਼ੀਅਮ ਆਪਣੇ ਕੋਲ ਬਹੁਤ ਲੈਸ ਵਾਇਲੈਂਟ, ਲੈਸ ਵਾਇਲੈਂਟਲੀ, ਕੈਲਸ਼ੀਅਮ ਰਿਐਕਟ ਤਾਂ ਕਰਦਾ ਬਟ ਲੈਸ ਕਰਦਾ ਵਾਇਲੈਂਟਲੀ with water to form calcium hydroxide and water and does not catch fire। ਹੁਣ ਬੱਚੇ ਕੈਲਸ਼ੀਅਮ ਫਾਇਰ ਕੈਚ ਨਹੀਂ ਕਰਦਾ, ਸੋਡੀਅਮ ਤੇ ਪੋਟੈਸ਼ੀਅਮ ਫਾਇਰ ਕੈਚ ਕਰਦੇ ਆ। ਮੈਗਨੀਸ਼ੀਅਮ ਰਿਐਕਟਸ ਓਨਲੀ ਵਿਦ ਹੌਟ ਵਾਟਰ ਟੂ ਫਾਰਮ ਮੈਗਨੀਸ਼ੀਅਮ ਹਾਈਡਰੋਕਸਾਈਡ ਐਂਡ ਹਾਈਡਰੋਜਨ। ਮੈਟਲਸ ਲਾਈਕ ਐਲੂਮੀਨੀਅਮ, ਆਇਰਨ, ਜ਼ਿੰਕ, ਉਹ ਆਪਣੇ ਕੋਲ ਕੀ ਕਰਨਗੇ, ਸਟੀਮ ਦੇ ਨਾਲ ਰਿਐਕਟ ਕਰਨਗੇ। ਬੱਚੇ ਸਟੀਮ ਵੀ ਆਪਣੇ ਕੋਲ ਕੀ ਬੇਸਿਕਲੀ ਫਾਰਮ ਆਫ ਵਾਟਰ, ਵਾਟਰ ਤੋਂ ਸਟੀਮ ਬਣੇਗੀ ਟੂ ਫਾਰਮ ਅ ਮੈਟਲ ਆਕਸਾਈਡ ਐਂਡ ਹਾਈਡਰੋਜਨ। ਐਲੂਮੀਨੀਅਮ, ਆਇਰਨ, ਜ਼ਿੰਕ, ਐਲੂਮੀਨੀਅਮ, iron is Fe, zinc is Z। metal like lead, lead ਬੱਚੇ Pb ਹੁੰਦਾ, ਪੰਜਾਬ ਤੋਂ ਯਾਦ ਰੱਖਣਾ ਹੈ lead। copper Cu, silver Ag, gold Au। ਹੁਣ ਦੇਖੋ Ag ਤੇ Au ਕਿਵੇਂ ਯਾਦ ਰੱਖਣਾ ਹੈ, ਕੋਈ ਵੀ ਹੈ Ag, ਅੱਜ ਕੱਲ ਜਿਹੜੇ ਮੰਮੀਆਂ ਪੁਰਾਣੇ ਹੁੰਦੇ ਸੀ ਆਪਣੇ ਹਸਬੈਂਡ ਨੂੰ Ag ਕਹਿੰਦੇ ਸੀ, ਜਲਦੀ ਉਹਨਾਂ ਨੂੰ ਚਾਂਦੀ ਲੈ ਦਿੰਦੇ ਸੀ। ਹੁਣ Au, ਇਹ ਅੱਜ ਕੱਲ ਇੰਗਲਿਸ਼ ਦਾ ਵਰਡ ਜੇ ਆ ਗਿਆ, एक ही गोल्ड तो याद रखना है, AU इज फॉर गोल्ड, गोल्ड जल्दी नहीं मिलता। अगे बच्चे थर्ड है दैट इज रिएक्शन विद एसिड्स। अब हम की कर रहे हैं रिएक्शन विद एसिड्स की गल करिए। बच्चे एसिड हमेशा अपने को की होएगा,
HCl हो गया। HCl का मतलब कि H पॉजिटिव प्लस Cl नेगेटिव, मतलब H अपने को हाइड्रोजन की कर रही है, रिलीज हो रही है, H पॉजिटिव आयन की हो रहा है, रिलीज हो रहा है, तो इस करके अपने को की होंगे एसिड। ਹੁਣ ਡਿਲੂਟ ਐਸਿਡ ਦਾ ਮਤਲਬ ਕੀ ਹੈ ਕਿ ਜਿਹੜੇ ਆਪਣੇ ਕੋਲ ਜਿੰਨਾਂ ਦੀ ਕੰਸੈਂਟ੍ਰੇਸ਼ਨ ਕੀ ਹੋਏਗੀ ਵੈਰੀ ਵੈਰੀ ਲੈਸ, ਤੇ ਮੈਗਨੀਸ਼ੀਅਮ ਤੇ HCl ਨੂੰ ਰਿਐਕਟ ਕਰਾਂਗੇ ਆਪਣੇ ਕੋਲ ਕੀ ਬਣੇਗਾ ਮੈਗਨੀਸ਼ੀਅਮ। ਬੱਚਾ ਦੇਖੋ ਸਾਲਟ ਬਣ ਰਿਹਾ, NaCl ਸਾਲਟ ਸੀ, ਠੀਕ ਹੈ, ਉਵੇਂ MgCl2 ਸਾਲਟ ਹੈ, AlCl3 ਸਾਲਟ ਹੈ, ZnCl2 ਸਾਲਟ ਹੈ, FeCl2 ਸਾਰੇ ਕੀ ਹੈ ਸਾਲਟ ਬਣ ਰਹੇ ਆ। 2 ਐਲੂਮੀਨੀਅਮ plus 6 HCl 2 AlC, ਬੱਚੇ ਬੈਲੈਂਸਿੰਗ ਹੈ ਬੇਸਿਕਲੀ, ਇਹ ਤੁਸੀਂ ਸਾਰੇ ਨੇ ਕੀਤੀ ਹੋਈ। ਅਗਰ ਤੁਹਾਨੂੰ ਬੈਲੈਂਸਿੰਗ ਨਹੀਂ ਸਮਝ ਆ ਰਹੀ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰੋ, ਆਈ ਵਿਲ ਟੈਲ ਯੂ ਇਨ ਨੈਕਸਟ ਵੀਡੀਓ। Zn plus 2 HCl, ZnCl2 plus H2, iron plus 2 HCl, FeCl2 plus H2। ਹੁਣ ਬੱਚੇ ਜਿਹੜੀ ਰਿਐਕਟੀਵਿਟੀ ਹੈ ਉਹ ਵੈਰੀ ਕਰਦੀ ਹੈ ਮੈਟਲ ਟੂ ਮੈਟਲ। ਹੁਣ ਜੇ ਮੈਟਲ ਟੂ ਮੈਟਲ ਵੈਰੀ ਕਰਦੀ ਹੈ ਇਹਦਾ ਮਤਲਬ ਕੀ ਹੈ, ਹੁਣ ਬੱਚੇ ਇਹ ਵੀ MCQ ਬਣ ਸਕਦਾ ਹੈ। ਜਿਹੜੀ ਅਬਵ ਆਪਾਂ ਗੱਲ ਕਰੀਏ ਮੈਗਨੀਸ਼ੀਅਮ ਦੀ ਸਭ ਤੋਂ ਜ਼ਿਆਦਾ ਐਕਟੀਵਿਟੀ ਹੈ, ਫਿਰ ਐਲੂਮੀਨੀਅਮ ਦੀ, ਦੈਨ ਜ਼ਿੰਕ ਦੀ, ਦੈਨ ਕੀ ਹੋਏਗੀ ਆਇਰਨ ਦੀ। ਰਿਐਕਟੀਵਿਟੀ ਡਿਕਰੀਜ਼ ਏਦਾਂ ਕਰਦੀ ਹੈ, ਠੀਕ ਹੈ। ਕਾਪਰ ਸਿਲਵਰ ਆਪਣੇ ਕੋਲ 골ਡ ਹੋ ਗਿਆ, ਉਹ ਰਿਐਕਟ ਨਹੀਂ ਕਰਦੇ ਡਿਲੂਟ HCl ਦੇ ਨਾਲ। ਹਾਈਡਰੋਜਨ ਗੈਸ ਇਜ਼ ਨੋਟ ਇਨ ਇਵੋਲਵ, ਇਵੋਲਵ ਦਾ ਮਤਲਬ ਹੁੰਦਾ ਬਾਹਰ ਨਿਕਲਣਾ, ਟੂ ਗੈਟ ਆਊਟ, okay, from anything, okay। when metals react with nitric acid, ਬੱਚੇ ਕਹਿੰਦੇ ਜਦੋਂ ਆਪਣੇ ਕੋਲ ਮੈਟਲਸ ਹੈ, ਇੰਪੋਰਟੈਂਟ ਹੈ, ਜਦੋਂ ਮੈਟਲ ਨਿਟ੍ਰਿਕ ਐਸਿਡ ਨਾਲ ਰਿਐਕਟ ਕਰਦੇ ਆ ਉਦੋਂ ਆਪਣੇ ਕੋਲ ਕੀ ਕਹਿੰਦੇ ਪਏ ਹੈ ਕਿ ਆਪਣੇ ਕੋਲ ਹਾਈਡਰੋਜਨ ਗੈਸ ਬਾਹਰ ਨਹੀਂ ਨਿਕਲਦੀ, ਬਿਕੋਜ਼ ਇਟ ਇਜ਼ ਅ ਸਟਰੋਂਗ ਆਕਸੀਡਾਈਜ਼ਿੰਗ ਏਜੰਟ ਐਂਡ ਆਕਸੀਡਾਈਜ਼ ਦ H2 ਪ੍ਰੋਡਿਊਸ ਟੂ ਫਾਰਮ ਵਾਟਰ। ਬੱਚੇ ਕੀ ਕਹਿੰਦੇ ਪਏ, ਜਿਹੜਾ ਨਿਟ੍ਰਿਕ ਐਸਿਡ ਹੈ ਉਹ ਆਪਣੇ ਕੋਲ ਕੀ ਸਟਰੋਂਗ ਆਕਸੀਡਾਈਜ਼ਿੰਗ ਏਜੰਟ ਹੈ, ਉਹ ਕੀ ਕਰੇਗਾ H2 ਨੂੰ ਕੀ ਕਰ ਦੇਗਾ ਆਕਸੀਡਾਈਜ਼ ਕਰੇਗਾ। ਜਦੋਂ H2 ਦੇ ਵਿੱਚ ਆਕਸੀਜਨ ਆ ਗਈ ਉਹ ਕੀ ਪ੍ਰੋਡਿਊਸ ਕਰੇਗਾ ਵਾਟਰ, ਤੇ ਉਹ ਇਟਸੈਲਫ ਆਪਣੇ ਕੋਲ ਕਿੰਦੇ ਚ ਰਿਡਿਊਸ ਹੋ ਜਾਏਗਾ ਆਕਸਾਈਡ ਆਫ ਨਾਈਟ੍ਰੋਜਨ ਦੇ ਵਿੱਚ। ਹੁਣ ਆ ਆਪਣੇ ਕੋਲ ਕੀ ਕਹਿੰਦੇ ਪਏ ਆ ਸਟਰੋਂਗ ਆਕਸੀਡਾਈਜ਼ਿੰਗ ਏਜੰਟ ਹੈ। ਇਹਨੇ H2 ਨਹੀਂ ਬਣਾ ਦਿੱਤਾ, ਇਹਨੇ ਉਹਨੂੰ ਕੀ ਕੀਤਾ H2O ਚ ਕਨਵਰਟ ਕਰਤਾ, ਫਿਰ H2O ਦੇ ਨਾਲ ਨਿਟ੍ਰਿਕ ਆਕਸਾਈਡ ਵੀ ਕੀ ਆ ਜਾਏਗੀ ਆਪਣੇ ਆਪ ਆ ਗਈ, ਬਿਕੋਜ਼ ਉਹਨੇ ਕਿਹਾ ਨਾ ਇਟਸੈਲਫ ਰਿਡਿਊਸ ਟੂ ਆਕਸਾਈਡਸ ਆਫ ਨਾਈਟ੍ਰੋਜਨ। नेक्स्ट बच्चे जी आप गल करिए रिएक्शन ऑफ मेटल्स विद मेटल सॉल्ट सॉल्यूशन। बच्चे हुन अपने कोल की है, अपने कोल मेटल सॉल्ट सॉल्यूशन का मतलब की है कि आप एक मेटल दे सॉल्ट दे नाल मेटल नु रिएक्ट करा रहे हैं, ठीक है। हुन जदों भी आप गल करांगे एक मेटल नु किसी दूसरे अपने कोल देखो मेटल 1 प्लस M1 उनका कोई सॉल्ट है, ठीक है, X अपने कोल M2X, इत्थे की हो जाएगा बस ये M2 बाहर चला जाएगा ते M1X बन जाएगा। ਜਦੋਂ ਆਪਾਂ ਕੀ ਕਰਾਂਗੇ ਮੈਟਲ ਨੂੰ ਮੈਟਲ ਦੇ ਨਾਲ ਕੀ ਕਰਾਂਗੇ ਰਿਪਲੇਸ ਕਰ ਦਾਂਗੇ, ਮੈਟਲ ਨੂੰ ਮੈਟਲ ਦੇ ਨਾਲ ਕੀ ਕਰਾਂਗੇ ਰਿਪਲੇਸ ਕਰਾਂਗੇ ਤਾਂ ਆਪਣੇ ਕੋਲ ਜਿਹੜੀ ਰਿਐਕਸ਼ਨ ਬਣਦੀ ਹੈ ਉਹਨੂੰ ਕੀ ਬੋਲਦੇ ਆ ਡਿਸਪਲੇਸਮੈਂਟ ਰਿਐਕਸ਼ਨ। ਇੱਕ ਮੋਰ ਰਿਐਕਟਿਵ ਮੈਟਲ ਡਿਸਪਲੇਸ ਕਰਦਾ ਲੈਸ ਰਿਐਕਟਿਵ ਮੈਟਲ ਨੂੰ ਉਹਦੇ ਹੀ ਸੋਲਟ ਸੋਲੂਸ਼ਨ ਦੇ ਵਿੱਚੋਂ, ਉਹਨੂੰ ਕੀ ਬੋਲਦੇ ਡਿਸਪਲੇਸਮੈਂਟ ਰਿਐਕਸ਼ਨ। ਬੱਚੇ ਪੇਪਰ ਦੇ ਵਿੱਚ MCQ ਆ ਸਕਦਾ ਹੈ ਕਿਹੜੀ ਰਿਐਕਸ਼ਨ ਹੈ, कोई रिएक्शन ਦਿੱਤੀ ਹੋਏਗੀ ਤੁਹਾਨੂੰ ਪੁੱਛ ਲੈਣਗੇ ਕਿ ਕਿਹੜੀ ਰਿਐਕਸ਼ਨ ਹੈ, ਠੀਕ ਹੈ। ਬਿਕੋਜ਼ ਉਹਨਾਂ ਨੇ ਲੈਵਲ 10th ਤੱਕ ਕਿਹਾ ਹੈ ਤੇ 10th ਦਾ ਲੈਵਲ ਵੀ ਥੋੜਾ ਨਹੀਂ ਹੁੰਦਾ ਜ਼ਿਆਦਾ ਹੀ ਹੁੰਦਾ, ਅੱਜ ਕੱਲ 10th ਦਾ ਲੈਵਲ ਵੀ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ, ਬਿਕੋਜ਼ ਉਹਨਾਂ ਨੇ ਵੀ NCERT ਦੀਆਂ ਬੁੱਕਸ ਲਗਵਾ ਦਿੱਤੀਆਂ ਗਈਆਂ ਹੋਈਆਂ, ਨਾਰਮਲ ਬੁੱਕਸ ਨਹੀਂ ਹੈ। ਸੋ ਮੈਗਨੀਸ਼ੀਅਮ ਡਿਸਪਲੇਸ ਕਰਦਾ ਪਿਆ ਕੋਪਰ ਨੂੰ ਫਰਮ ਕੋਪਰ ਸਲਫੇਟ ਸੋਲੂਸ਼ਨ। ਸੋ ਮੈਗਨੀਸ਼ੀਅਮ that is your Mg, ਉਹ ਕੀ ਕਰੇਗਾ CuSO4 is also ਆਪਣੇ ਕੋਲ ਕੋਪਰ ਸਲਫੇਟ ਸੋਲੂਸ਼ਨ ਦਾ ਕੋਪਰ ਦਾ ਸਾਲਟ ਹੈ, ਉਹ ਕੀ ਕਰੇਗਾ ਮੈਗਨੀਸ਼ੀਅਮ ਹਾਈਲੀ ਰਿਐਕਟਿਵ ਹੈ, ਉਹ ਕੀ ਕਰੇਗਾ ਲੈਸ ਰਿਐਕਟਿਵ ਕੋਪਰ ਨੂੰ ਰਿਪਲੇਸ ਕਰ ਦੇਗਾ ਤੇ ਆਪਣੇ ਕੋਲ ਕੀ ਬਣ ਜਾਏਗਾ MgSO4 plus ਕੋਪਰ। ਹੁਣ ਆਪਾਂ ਇਹਨੂੰ ਕਿਵੇਂ ਕਰ ਸਕਦੇ ਹਾਂ ਦੇਖੋ ਬੱਚੇ Mg plus CuSO4 ਆ ਬੱਚੇ ਕੀ ਹੈ ਹਾਈਲੀ ਰਿਐਕਟਿਵ एलिमेंट, ठीक है मेटल। कॉपर इज लेस रिएक्टिव मेटल, देन अपने को बच्चे की बन जाएगा MgSO4। एक हाईली रिएक्टिव मेटल की करेगा लेस रिएक्टिव मेटल रिप्लेस करेगा तो अपने को की बन जाएगा बखरा नॉन, ठीक है। तो नेक्स्ट अपने को रिएक्शन दी जे गल करिए ਆਪਾਂ ਹੁਣ सिमिलरली जिंक है ਉਹ ਵੀ ਕਾਪਰ ਨੂੰ ਕਰ ਦੇਗਾ, ਆਇਰਨ ਹੈ ਉਹ ਵੀ ਕਾਪਰ ਨੂੰ ਕਰ ਦੇਗਾ। ਹੁਣ ਕਾਪਰ ਕੀ ਲੈਸ ਰਿਐਕਟਿਵ ਐਲੀਮੈਂਟ ਹੈ। ਹੁਣ ਬੱਚੇ ਦੇਖੋ ਆਪਣੇ ਕੋਲ ਹੋਈ ਕੀ ਗੱਲ ਹੈ ਇਹਦੇ ਚ, ਆਪਣੇ ਕੋਲ ਆ ਸੋਲੂਸ਼ਨ ਹੈ ब्लू कॉपर सल्फेट सोल्यूशन है, ਉਹਦੇ ਚ ਆਪਾਂ ਮੈਗਨੀਸ਼ੀਅਮ ਦਾ ਪਾਊਡਰ ਡਾਲਿਆ। कॉपर सल्फेट सोल्यूशन ਦਾ ਮਤਲਬ ਕੀ ਹੈ CuSO4 ਪਾਇਆ ਹੋਇਆ ਆਪਾਂ, ਠੀਕ ਹੈ। ਉਹਦੀ ਰਿਐਕਸ਼ਨ ਹੋਈ ਤੇ ਆਪਣੇ ਕੋਲ ਕਲਰਲੈਸ ਮੈਗਨੀਸ਼ੀਅਮ ਸਲਫੇਟ ਸੋਲੂਸ਼ਨ ਬਣ ਜਾਏਗਾ। ਜਿਹੜਾ ਬਲੂ ਕਲਰ ਸੀਗਾ ਉਹ ਕਿੰਦੇ ਕੀ ਹੋ ਜਾਏਗਾ ਕਲਰਲੈਸ, मतलब ब्लू कलर चेंजेस टू
कलरलेस सोल्यूशन। देन अपने को पीसेस ऑफ कॉपर क्या जाएंगे नीचे, दैट इज अ प्रोडक्ट ऑफ रिएक्शन। सिमिलरली बच्चे अपने को आयरन नेल है, आयरन नेल भी जो आप कॉपर सल्फेट सोल्यूशन ਦੇ ਵਿੱਚ ਪਾਵਾਂਗੇ ब्लू कलर ਸੀ ਤੇ ਉਹਦੇ ਚ ਵੀ ਕੀ ਹੋਏਗਾ ਆਪਣੇ ਕੋਲ ਕਲਰਲੈਸ ਆਪਣੇ ਕੋਲ ਮੈਗਨੀਸ਼ੀਅਮ ਦਾ ਸੋਲੂਸ਼ਨ ਬਣ ਜਾਏਗਾ ਤੇ ਆਪਣੇ ਕੋਲ ਜਿਹੜਾ ਆਇਰਨ ਹੈ ਉਹ ਐਜ਼ ਇਟ ਇਜ਼ ਆਪਣੇ ਕੋਲ ਕੀ ਆ ਜਾਏਗੀ ਨੀਚੇ। ਦਿਸ ਇਜ਼ ਅ ਰਿਐਕਸ਼ਨ ਸਮਝਣ ਦੇ ਲਈ ਹੈ। then ਬੱਚੇ ਰਿਐਕਟਿਵਿਟੀ ਸੀਰੀਜ਼ ਆਫ ਮੈਟਲਸ। ਰਿਐਕਟਿਵਿਟੀ ਸੀਰੀਜ਼ ਬੇਸਿਕਲੀ ਕੀ ਹੈ ਕਿ ਆਪਾਂ ਮੈਟਲਸ ਨੂੰ ਉਹਨਾਂ ਦੇ ਡਿਕਰੀਜ਼ਿੰਗ ਆਰਡਰ ਆਫ देयर ਰਿਐਕਟਿਵਿਟੀ, ਮਤਲਬ ਸਭ ਤੋਂ ਪਹਿਲਾਂ ਕੀ ਹੋ ਜਾਏਗਾ ਹਾਈ ਰਿਐਕਟਿਵ ਐਲੀਮੈਂਟ, then ਹਾਈ 1 ਫਿਰ ਹਾਈ 2 ਕੱਟ ਹੋ ਜਾਏਗਾ ਫਿਰ ਸਭ ਤੋਂ ਲੋ ਆ ਜਾਏਗਾ। ਮਤਲਬ ਜਿਵੇਂ ਜਿਵੇਂ ਆਪਾਂ ਡਾਊਨ ਜਾਵਾਂਗੇ ਉਵੇਂ ਉਵੇਂ ਆਪਣੇ ਕੋਲ ਰਿਐਕਟਿਵਿਟੀ ਕੀ ਹੋ ਜਾਏਗੀ ਉਹਦੀ ਘੱਟ ਹੋਣੀ ਸ਼ੁਰੂ ਹੋ ਜਾਏਗੀ। ਅਰੇਂਜਿੰਗ ਆਫ ਮੈਟਲਸ ਇਨ ਦ ਡਿਕਰੀਜ਼ਿੰਗ ਆਰਡਰ ਆਫ देयर ਰਿਐਕਟਿਵਿਟੀ ਨੂੰ ਕੀ ਬੋਲਦੇ ਰਿਐਕਟਿਵਿਟੀ ਸੀਰੀਜ਼ ਆਫ ਮੈਟਲਸ। सोडियम पोटेशियम सोडियम कैल्शियम मैग्नीशियम एल्यूमिनियम जिंक आयरन लेड हाइड्रोजन कॉपर मरकरी सिल्वर गोल्ड। ਹੁਣ ਸਭ ਤੋਂ ਘੱਟ ਕਿਹੜੇ ਕਿਹੜੇ ਨੇ ਮਰਕਰੀ ਸਿਲਵਰ 골ਡ, ਇਹਨਾਂ ਦੀ ਰਿਐਕਟਿਵਿਟੀ ਕੀ ਹੈ ਲੈਸ। ਹੁਣ ਦੇਖੋ ਕਾਪਰ ਮੈਂ ਕਹਿ ਰਹੀ ਸੀ ਲੈਸ ਰਿਐਕਟਿਵ ਹੈ, ਇੱਥੋਂ ਪਤਾ ਚੱਲਿਆ ਕਿੱਥੋਂ ਪਤਾ ਚੱਲੇਗਾ ਉਹਦੀ ਰਿਐਕਟਿਵਿਟੀ ਸੀਰੀਜ਼ ਦੇ ਵਿੱਚੋਂ। ਜਿਵੇਂ ਜਿਵੇਂ ਆਪਾਂ ਡਾਊਨ ਜਾਵਾਂਗੇ ਉਵੇਂ ਉਵੇਂ ਆਪਣੇ ਕੋਲ ਰਿਐਕਟਿਵਿਟੀ ਕੀ ਕਰੇਗੀ ਡਿਕਰੀਜ਼। ओके याद कर लो पोटेशियम दी सब तो ज्यादा है, देन सोडियम, देन कैल्शियम, मैग्नीशियम, एल्यूमिनियम। पोटेशियम कानासामा, ठीक है कानासामा ਜਾਂ ਪਬ ਇਹਦਾ ਯਾਦ ਕਰ ਸਕਦੇ ਹੋ ਤੁਸੀਂ ਆਪਦੇ ਅਕੋਰਡਿੰਗ ਨੂੰ ਕਿਵੇਂ ਮਰਜ਼ੀ ਯਾਦ ਕਰੋ, ਇਹ ਤੁਹਾਡੇ ਤੇ ਡਿਪੈਂਡ ਕਰਦਾ ਠੀਕ ਹੈ। ਬਟ ਯਾਦ ਰੱਖਣਾ ਪਹਿਲੀਆਂ ਤਿੰਨ ਯਾਦ ਰੱਖ ਲੈਣਾ ਤੇ ਉਸ ਤੋਂ ਲਾਸਟ ਤੇ ਕੱਟ ਕਰ ਲੈਣਾ। ਹੁਣ ਜਿਹੜੀ ਜਿੰਕ ਹੈ ਮਿਡਿਓਕਰ ਚ ਆਉਂਦੀ ਪਈ ਹੈ, ਆਇਰਨ ਵੀ ਮਿਡਿਓਕਰ ਚ ਹੈ, ਬਟ ਜਿੰਕ ਦੀ ਕਾਪਰ ਦੇ ਅਕੋਰਡਿੰਗ ਕੀ ਰਿਐਕਟਿਵਿਟੀ ਇਹਦੇ ਬੱਚੇ ਆ ਤੁਹਾਡੇ ਕੋਲ ਏਦਾਂ ਵੀ ਕੁਐਸਚਨ ਆ ਸਕਦੇ ਆ ਕਿ ਤੁਹਾਨੂੰ ਇਹਦਾ ਦਿੱਤਾ ਹੋਇਆ ਵਿਚ ਇਜ਼ ਮੋਰ ਰਿਐਕਟਿਵ, which of the following is arranged according to its reactivity। देखो बच्चे ਤੁਹਾਨੂੰ ਦਿੱਤਾ ਹੋਵੇ सोडियम पोटेशियम कैल्शियम AU, ठीक है ऐदा ਦਿੱਤਾ ਹੋਵੇ। ਹੁਣ ਦੇਖੋ ਬੱਚੇ ਇਹਦੇ ਵਿੱਚ ਇੱਕ ਦਿੱਤਾ ਹੋਵੇ KNaCaAU। बच्चे आ तो सही है, आ गलत होगा बिकॉज पोटेशियम ਦੀ ਕੀ ਹੈ ਸਭ ਤੋਂ ਜ਼ਿਆਦਾ, ਸੋ ਇਸ ਕਰਕੇ ਤੁਹਾਨੂੰ ਯਾਦ ਕਰਨਾ ਪਏਗਾ। ਤੁਹਾਨੂੰ ਆਪਸ਼ਨ A ਦਿੱਤਾ ਹੋਏਗਾ ਆਪਸ਼ਨ B ਦਿੱਤਾ ਹੋਏਗਾ, ਮੈਂ ਪਹਿਲੀਆਂ ਦੋਨਾਂ ਨੂੰ ਹੀ ਸ਼ਫਲ ਕੀਤਾ ਹੈ। ਸੋ ਦਿਸ ਇਜ਼ ਦ ਰਿਐਕਟਿਵਿਟੀ ਸੀਰੀਜ਼। ਓਕੇ ਹੁਣ ਕਹਿੰਦੇ ਆਪਣੇ ਕੋਲ ਮੈਟਲਸ ਨॉन ਮੈਟਲਸ ਨਾਲ ਕਿਵੇਂ ਰਿਐਕਟ ਕਰਦੇ, ਹਾਊ ਡੂ ਮੈਟਲਸ ਰਿਐਕਟ ਵਿਦ ਅ नॉन मैटल्स। ओके मैटल्स की होंगे बेसिकली मैटल्स की करनगे इलेक्ट्रॉन ਨੂੰ ਲੂਜ਼ ਕਰਨਗੇ ਤੇ ਪੋਜ਼ਿਟਿਵ ਆਇਨ ਬਣ ਜਾਣਗੇ। ਇਸ ਕਰਕੇ ਮੈਟਲਸ ਨੂੰ ਆਪਾਂ ਜੇ ਯਾਦ ਕਰੀਓ ਕਿ ਹੁੰਦੇ ਇਲੈਕਟ੍ਰੋਪੋਜ਼ਿਟਿਵ ਐਲੀਮੈਂਟਸ, ਉਵੇਂ ਨॉन ਮੈਟਲਸ ਕੀ ਕਰਨਗੇ ਇਲੈਕਟ੍ਰੋਨ ਨੂੰ ਗੇਨ ਕਰਨਗੇ। ਜੇ ਕੋਈ ਚੀਜ਼ ਆਪਦੇ ਵੱਲ ਇਲੈਕਟ੍ਰੋਨ ਹੈ, ਇਲੈਕਟ੍ਰੋਨ ਕੀ ਹੈ ਨੈਗੇਟਿਵਲੀ ਚਾਰਜ, ਜੇ ਕੋਈ ਨੈਗੇਟਿਵਲੀ ਚਾਰਜ ਪਾਰਟੀਕਲ ਸਾਡੇ ਚ ਕੋਈ ਬੰਦਾ ਨੈਗੇਟਿਵਿਟੀ ਜ਼ਿਆਦਾ ਆ ਗਈ ਤੇ ਤੁਸੀਂ ਨੈਗੇਟਿਵ ਆਇਨਸ ਹੀ ਬਣੋਗੇ। ਇਸ ਕਰਕੇ ਉਹਨਾਂ ਨੂੰ ਨॉन ਮੈਟਲਸ ਨੂੰ ਕੀ ਬੋਲਦੇ ਆ ਇਲੈਕਟ੍ਰੋਨ ਨੈਗੇਟਿਵ ਐਲੀਮੈਂਟਸ। ਹੁਣ ਮੈਟਲਸ ਕੀ ਕਰਦੇ ਪਏ ਆਪਣੇ ਵਿੱਚ ਪੋਜ਼ਿਟਿਵਿਟੀ ਜ਼ਿਆਦਾ ਲੈ ਰਹੇ ਨੇ, ਪੋਜ਼ਿਟਿਵਿਟੀ ਜ਼ਿਆਦਾ ਲੈਣ ਦੇ ਕਰਕੇ ਉਹਨਾਂ ਨੂੰ ਆਪਾਂ ਕੀ ਬੋਲਦੇ ਆ ਇਲੈਕਟ੍ਰੋਪੋਜ਼ਿਟਿਵ ਐਲੀਮੈਂਟ। ਫॉर एग्जांपल ਜੇ ਆਪਾਂ ਗੱਲ ਕਰੀਏ ਐਟੋਮਿਕ ਨੰਬਰ ਸੋਡੀਅਮ ਦਾ ਕਿੰਨਾ 11 ਐਟੋਮਿਕ ਨੰਬਰ। ਆਪਾਂ ਬੱਚੇ ਲੂਜ਼ ਇਲੈਕਟ੍ਰੋਨ, ਮੈਟਲਸ ਕੀ ਕਰਨਗੇ ਇਲੈਕਟ੍ਰੋਨ ਨੂੰ ਲੂਜ਼ ਕਰਨਗੇ ਤੇ ਕੀ ਬਣਨਗੇ ਪੋਜ਼ਿਟਿਵ ਆਇਨ, ਤੇ ਨॉन ਮੈਟਲ ਕੀ ਕਰਦੇ ਆਪਣੇ ਕੋਲ ਇਲੈਕਟ੍ਰੋਨ ਨੂੰ ਗੇਨ ਕਰਨਗੇ ਤੇ ਕੀ ਬਣਨਗੇ ਆਪਣੇ ਕੋਲ ਨੈਗੇਟਿਵ ਆਇਨ, ਤੇ ਕੀ ਬਣਨਗੇ ਇਲੈਕਟ੍ਰੋਨੈਗੇਟਿਵ ਆਇਨ। ਮੈਟਲਸ ਕੀ ਹੋਣਗੇ ਇਲੈਕਟ੍ਰੋਪੋਜ਼ਿਟਿਵ ਆਇਨ। ਆ ਯਾਦ ਰੱਖਣਾ ਬੱਚੇ। ਫॉर एग्जांपल सोडियम ਦਾ 11 ਹੈ, ਹੁਣ ਦੇਖੋ ਬੱਚੇ 281 288 18 ਦਾ ਆਪਣੇ ਕੋਲ ਇਲੈਕਟ੍ਰੋਨਿਕ ਕਨਫਿਗਰੇਸ਼ਨ ਏਦਾਂ ਹੀ ਫਿਲ ਹੁੰਦੀ ਹੈ। ਹੁਣ ਦੇਖੋ ਬੱਚੇ ਜੋ ਆਪਣਾ ਇੱਕ ਇਲੈਕਟ੍ਰੋਨ ਲੂਜ਼ ਕਰਦੇ ਤੇ ਉਹ ਕੀ ਬਣ ਜਾਏਗਾ ਆਪਣੇ ਕੋਲ ਸਟੇਬਲ ਕਨਫਿਗਰੇਸ਼ਨ ਆ ਜਾਏਗੀ। ਉਹ ਸਟੇਬਲ ਕਨਫਿਗਰੇਸ਼ਨ ਦੇ ਲਿਆਉਣ ਦੇ ਲਈ ਆਪਾਂ ਕੀ ਕਰਾਂਗੇ ਇੱਕ ਇਲੈਕਟ੍ਰੋਨ ਲੂਜ਼ ਕੀਤਾ Na ਪੋਜ਼ਿਟਿਵ ਬਣ ਗਿਆ, ਠੀਕ ਹੈ। ਤੇ ਇਸ ਕਰਕੇ ਉਹ ਕੀ ਬਣ ਗਿਆ ਇਲੈਕਟ੍ਰੋਪੋਜ਼ਿਟਿਵ ਐਲੀਮੈਂਟ। ਸਿਮਿਲਰਲੀ ਮੈਗਨੀਸ਼ੀਅਮ ਦੀ ਗੱਲ ਕਰੀਏ ਐਟੋਮਿਕ ਨੰਬਰ ਕਿੰਨਾ ਬੱਚੇ 12, ਤੇ ਬੱਚੇ ਉਹ ਕੀ ਕਰੇਗਾ ਮੈਗਨੀਸ਼ੀਅਮ ਕੀ ਕਰੇਗਾ ਦੋ ਇਲੈਕਟ੍ਰੋਨਸ ਲੂਜ਼ ਕਰੇਗਾ, ਦੋ ਇਲੈਕਟ੍ਰੋਨਸ ਲੂਜ਼ ਕਰੇਗਾ ਕਿਉਂ 282। ਹੁਣ ਦੋ ਇਲੈਕਟ੍ਰੋਨ ਜਦੋਂ ਲੂਜ਼ ਕੀਤੇ ਤਾਂ ਉਹਨੂੰ ਸਟੇਬਲ ਨੋਬਲ ਕਨਫਿਗਰੇਸ਼ਨ ਆ ਗਈ। ਨੋਬਲ ਕਨਫਿਗਰੇਸ਼ਨ ਲਿਆਉਣ ਦੇ ਲਈ ਉਹਨੂੰ ਦੋ ਇਲੈਕਟ੍ਰੋਨ ਲੂਜ਼ ਕਰਨੇ ਪਏ ਤਾਂ ਉਹਦੇ ਕੋਲ ਕਿੰਨੇ ਪੋਜ਼ਿਟਿਵ ਚਾਰਜ ਆ ਗਏ 2 ਪੋਜ਼ਿਟਿਵ ਚਾਰਜ ਆ ਗਏ, ਠੀਕ ਹੈ। ਸਿਮਿਲਰਲੀ ਬੱਚੇ ਐਵੇਂ ਨॉन ਮੈਟਲਸ ਦੀ ਗੱਲ ਹੈ। ਕਲੋਰੀਨ ਦੀ ਗੱਲ ਕਰੀਏ ਹੁਣ ਦੇਖੋ ਬੱਚੇ ਕਲੋਰੀਨ ਹੈ, ਕਲੋਰੀਨ ਦਾ ਐਟੋਮਿਕ ਨੰਬਰ ਹੁੰਦਾ 287 17 ਐਟੋਮਿਕ ਨੰਬਰ ਹੁੰਦਾ ਹੈ, ਠੀਕ ਹੈ।
ਹੁਣ क्लोरीन है 288 अपने को ਹੁੰਦੀ है नोबल गैस कन्फिगरेशन, स्टेबल कन्फिगरेशन। नोबल गैस कन्फिगरेशन बेसिकली योर स्टेबल कन्फिगरेशन। ਹੁਣ देखो स्टेबल कन्फिगरेशन ਲਿਆਉਣ ਦੇ ਲਈ ਉਹ ਕੀ ਕਰੇਗਾ, एक इलेक्ट्रॉन ले लेगा, इलेक्ट्रॉन गेन करेगा, क्योंकि बन जाएगा क्लोरीन नेगेटिव आयन, तो की बन जाएगा 288 ਤੇ अपने को स्टेबल कन्फिगरेशन आ गई। ਉਹ ਕੀ करेगा, इलेक्ट्रॉन गेन करके ਤੇ ਕੀ बना देगा, क्लोराइड आयन। ऊपर अब ਹੁਣ देखो क्लोराइड आयन की है नेगेटिव चार्ज ऊपर आया, ऊपर नेगेटिव चार्ज आन करके ਆਪਾਂ ਕੀ बोलते हैं, इलेक्ट्रोनेगेटिव एलिमेंट। ठीक है, उवें बच्चे ऑक्सीजन है, ऑक्सीजन का एटॉमिक नंबर कितना है 8। ਹੁਣ ਉਹ ਕੀ ਕਰੇਗਾ, 2 इलेक्ट्रॉन गेन कर लेगा। ਜਦੋਂ ਆਕਸੀਜਨ ਨੇ 2 ਇਲੈਕਟ੍ਰੋਨ ਗੇਨ ਕਰ ਲਏ ਤੇ ਉਹ ਕੀ ਬਣ ਗਿਆ O2 ਨੈਗੇਟਿਵ। O2 ਨੈਗੇਟਿਵ ਦੇ ਵਿੱਚ ਉਹਦੇ 2 ਇਲੈਕਟ੍ਰੋਨ ਆ ਗਏ, 2-8 ਕਨਫਿਗਰੇਸ਼ਨ ਆ ਗਈ। 2-8 ਆਪਣੇ ਕੋਲ ਕੀ ਨੋਬਲ ਗੈਸ ਸਟੇਬਲ ਕਨਫਿਗਰੇਸ਼ਨ। ਡਨ ਹੈ। अगर इस तरीके बच्चे किसी को कोई डाउट है तो तुसी अपने को कमेंट बॉक्स च डाल दो, आई विल टेक डाउट्स। हुन बच्चे अपने को आ रहा फॉर्मेशन ऑफ सोडियम क्लोराइड मॉलिक्यूल। हुन बच्चे सोडियम क्लोराइड मॉलिक्यूल बन किवें रहा है, हुणे देखो। हुन अपने को जे गल करिए NaCl, that is sodium chloride NaCl। ਹੁਣ बच्चे सोडियम है, एटॉमिक नंबर कितना है 281, दैट इज एटॉमिक नंबर इज 11। बच्चे 28 का स्टेबल कन्फिगरेशन, मतलब इनके कोल एक इलेक्ट्रॉन ज्यादा है। ओवें बच्चा इना कोल कितना है 287, दैट इज एटॉमिक नंबर कितना है क्लोरीन दा 17। ਹੁਣ देखो बच्चे इनके कोल 28 का स्टेबल कन्फिगरेशन है, 7 ज्यादा है, 1 2 3 4 5 6 7। ਹੁਣ एक ही करनगे आपस से, दोनों जाने कहेंगे यार तू मेरे को आ जा, क्लोरीन की कहेगा तू मेरे को आ जा। क्यों, क्योंकि क्लोरीन की है इलेक्ट्रो नेगेटिव एलिमेंट बन जाएगा, क्योंकि वो इलेक्ट्रॉन गेन कर लेगा। जो गेन करेगा आ वाला एलिमेंट इनके कोल जाएगा तो अपने को की बना देगा सोडियम क्लोराइड, दैट इज NaCl। उन क्लोरीन ने कहना यार मैं तो मेरी कन्फिगरेशन कंप्लीट होंदी पई है, तू मेरे को आ जा। उन्हें अपनी कन्फिगरेशन कंप्लीट करने के लिए खुद नु की बना देगा इलेक्ट्रोनेगेटिव एलिमेंट। सो जे आप गल करिए हुन आही चीज मैं कराई, the atomic number of sodium is 11 and electronic configuration is 281 and valence electron कितने बच्चे outermost shell ਦੇ ਵਿੱਚ इलेक्ट्रॉन कितना है 1। तो ਕੀ करेगा, एक इलेक्ट्रॉन लूज कर देगा ਤੇ अपने को Na पॉजिटिव आयन बन जाएगा। ਜਿਹੜਾ atomic number है क्लोरीन ਦਾ ਉਹ कितना 17, then the configuration कितनी है 287, और वो 7 वैलेंस इलेक्ट्रॉन है वो एक इलेक्ट्रॉन गेन कर लेगा। और ਜਦੋਂ ਇੱਕ ਇਲੈਕਟ੍ਰੋਨ ਗੇਨ ਕਰੇਗਾ ਤੇ ਅਟਰੈਕਸ਼ਨ ਹੋ ਜਾਏਗੀ Na ਪੋਜ਼ਿਟਿਵ ਤੇ ਕਲੋਰੀਨ ਦੇ ਵਿੱਚ ਤੇ ਆਪਣੇ ਕੋਲ ਕੀ ਬਣ ਜਾਏਗਾ NaCl, Na ਪੋਜ਼ਿਟਿਵ Cl ਨੈਗੇਟਿਵ, that is NaCl। ਹੁਣ ਬੱਚੇ ਆਪਣੇ ਕੋਲ ਆਂਦਾ ਫਾਰਮੇਸ਼ਨ ਆਫ ਮੈਗਨੀशियम क्लोराइड। ਉਵੇਂ ਮੈਗਨੀशियम ਹੈ ਬੱਚੇ, ਮੈਗਨੀशियम ਕੋਲ ਕਿੰਨੇ Mg2 ਪੋਜ਼ਿਟਿਵ ਪਲੱਸ 2 ਇਲੈਕਟ੍ਰੋਨ ਰਿਲੀਜ਼ ਕਰ ਰਿਹਾ। एटॉमिक नंबर कितना है 12, इलेक्ट्रॉनिक कन्फिगरेशन 282, तो 2 इलेक्ट्रॉन रिलीज करेगा तो Mg2 पॉजिटिव आयन बन जाएगा। बच्चे क्लोरीन एटॉमिक नंबर 70, इलेक्ट्रॉनिक कन्फिगरेशन 287, हुन वो एक इलेक्ट्रॉन गेन कर लेगा तो अपने को क्लोरीन नेगेटिव करके स्टेबल कन्फिगरेशन आ जाएगी। आगे बच्चों अपने को मैग्नीशियम है। हुन देखो बच्चे मैग्नीशियम ने किवें बनाना है, बड़ा इंटरेस्टिंग जा कॉन्सेप्ट है। हुन मैग्नीशियम ने कितने इलेक्ट्रॉन से मैग्नीशियम को 1 2, क्लोरीन कितने लाए 2। देखो 1 2 3 4 5 6 7, 1 2 3 4 5 6 7। हुन क्लोरीन की करेगा आ वाला जेड़ा एक इलेक्ट्रॉन है वो इस वाले क्लोरीन दे नाल चले जाएगा, आ वाला एक इलेक्ट्रॉन है वो इस वाले क्लोरीन दे नाल अपने को की बन जाएगा Mg2 पॉजिटिव प्लस क्लोरीन 2 नेगेटिव, तो अपने को की बन जाएगा MgCl2, 2 टाइम्स है ना Cl2, दैट इज योर MgCl2। आही चीज उन्होंने इथे दिती है, तो 2 क्लोरीन नेगेटिव सीगे MgCl2, Mg2 पॉजिटिव क्लोरीन किन्ने 2। उन बच्चे जे अपन थ्योरी पढ़िए एटॉमिक नंबर मैग्नीशियम दा किन्ना 12 ऑन द कन्फिगरेशन इज 282, वैलेंस इलेक्ट्रॉन किन्ने 2 और 2 इलेक्ट्रॉन लूज करेगा तो Mg2 पॉजिटिव बना देगा। एटॉमिक नंबर ऑफ क्लोरीन कितना 17, इलेक्ट्रॉनिक कन्फिगरेशन कितनी है 287, और देखो 7 वैलेंस इलेक्ट्रॉन है तो एक इलेक्ट्रॉन गेन करके Cl नेगेटिव बनाएगा। जो 2 पॉजिटिव ते 2 Cl नेगेटिव दी अट्रैक्शन होएगी तो अपने को की बन जाएगा MgCl2।
ਆਹੀ ਚੀਜ਼ ਦਿੱਤੀ ਔਰ ਕੁਝ ਨਹੀਂ ਹੈਗਾ, ਇਸੇ ਸਮਝਣ ਦੀ ਗੱਲ ਹੈ। ਦਿਸ ਇਜ਼ ਨਾਟ ਅ ਪਾਰਟ ਆਫ योर ਸਿਲੇਬਸ, ਬਟ ਇਹ ਸਮਝੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ MgCl2 ਬਣਿਆ ਕਿਵੇਂ। ਹੁਣ ਬੱਚੇ ਆਪਣੇ ਕੋਲ ਆਉਂਦੇ ਆਇਨਿਕ ਕੰਪਾਊਂਡਸ। ਆਇਨਿਕ ਕੰਪਾਊਂਡ ਬੇਸਿਕਲੀ ਇਲੈਕਟ੍ਰੋਵੈਲੈਂਟ ਕੰਪਾਊਂਡਸ ਹੁੰਦੇ ਆ, ਹਮੇਸ਼ਾ ਯਾਦ ਰੱਖਣਾ। ਆਇਨਿਕ ਤੋਂ ਵਰਡ ਯਾਦ ਰੱਖਣਾ ਇਲੈਕਟ੍ਰੋਵੈਲੈਂਟ। ਆਇਨਿਕ ਕੰਪਾਊਂਡਸ ਬਿਕੋਜ਼ ਜਿਹੜੇ ਆਇਨਿਕ ਕੰਪਾਊਂਡਸ ਹੈ ਉਹ ਬਣਦੇ ਕਦੋਂ, ਜਦੋਂ ਆਪਣੇ ਕੋਲ ਟ੍ਰਾਂਸਫਰ ਹੁੰਦੀ ਹੈ ਇਲੈਕਟ੍ਰੋਨ ਦੀ ਮੈਟਲ ਟੂ ਨॉन ਮੈਟਲ। ਮੈਟਲ ਟੂ ਨॉन ਮੈਟਲ ਇਲੈਕਟ੍ਰੋਨ ਦੀ ਕੀ ਹੋਏਗੀ, ਟ੍ਰਾਂਸਫਰ। ਉਹਨੂੰ ਕੀ ਬੋਲਦੇ ਆਪਣੇ ਕੋਲ, ਆਇਨਿਕ ਕੰਪਾਊਂਡ। ਪ੍ਰੋਪਰਟੀਜ਼ ਆਫ ਆਇਨਿਕ ਕੰਪਾਊਂਡ, ਬਟ ਜਿਹੜੇ ਆਇਨਿਕ ਕੰਪਾਊਂਡ ਹੈ ਦੇ ਆਰ ਫਾਰਮਡ ਬਾय ट्रांसफर ऑफ इलेक्ट्रॉन्स एंड आर मेड अप ऑफ आयंस। ਹੁਣ ਆਇਨ ਦੇ ਬਣੇ ਹੁੰਦੇ, ਫॉर एग्जांपल ਬੱਚੇ ਸੋਡੀਅਮ क्लोराइड Na पॉजिटिव Cl नेगेटिव, दोनों की ਜਦੋਂ ਇਲੈਕਟ੍ਰੋਨ ਦੀ ਟ੍ਰਾਂਸਫਰੇਸ਼ਨ ਹੋਈ, ਹੁਣ ਸੋਡੀਅਮ ਕੋਲ ਕਿੰਨੇ, ਇੱਕ ਇਲੈਕਟ੍ਰੋਨ ਹੈ Na पॉजिटिव, प्लस क्लोरीन ਕੋਲ ਵੀ ਕਿੰਨੇ, ਇੱਕ ਇਲੈਕਟ੍ਰੋਨ। ਉਹ ਕਹੇਗਾ ਮੇਰੇ ਕੋਲ ਆ ਜਾ ਵੀ, ਮੈਨੂੰ ਤਾਂ ਤੂੰ ਚਾਹੀਦਾ। ਉਹ ਕੀ ਬਣ ਜਾਏਗਾ, NaCl। दैट इज फर्स्ट एग्जांपल ही अपने को सोडियम क्लोराइड की। क्रिस्टलाइन होंगे, क्रिस्टल होंगे ना नमक, सोडियम क्लोराइड इज नमक, नमक क्रिस्टल होंगे, ਉਹਦਾ मेल्टिंग पॉइंट ते बॉइलिंग पॉइंट हाई ਹੁੰਦਾ जी। सॉल्युबल ਹੁੰਦੇ ਆ ਵਾਟਰ ਦੇ, बट इनसॉल्युबल इन ऑर्गेनिक सॉल्वेंट, जिवें पेट्रोल हो गया, कैरोसिन हो गया, ਉਹਦੇ ਕੀ ਹੋਣਗੇ, इनसॉल्युबल। ਉਹ ਇਲੈਕਟ੍ਰਿਸਿਟੀ ਕੰਡਕਟ ਕਰਨਗੇ ਮੋਲਟਨ ਸਟੇਟ ਦੇ ਵਿੱਚ ਵੀ ਔਰ ਇਨ ਸੋਲੂਸ਼ਨ। ਦੋਨੋਂ ਸਟੇਟ ਦੇ ਵਿੱਚ ਕੀ ਕਰਦੇ ਹੋ ਆਪਣੇ ਕੋਲ, ਇਲੈਕਟ੍ਰਿਸਿਟੀ ਨੂੰ ਕੀ ਕਰਦੇ ਹੋ, ਕੰਡਕਟ ਕਰਦੇ ਹੋ। ਹੁਣ ਜੇ ਆਪਾਂ ਗੱਲ ਕਰੀਏ ਸੋਲੂਸ਼ਨ ਦੀ, ਸੋਲੂਸ਼ਨ ਦਾ ਮਤਲਬ ਕਿ ਕੋਈ ਵੀ ਆਪਣੇ ਕੋਲ ਵਾਟਰ ਸੋਲੂਸ਼ਨ ਹੋ ਗਿਆ, ਕੁਝ ਵੀ ਹੋ ਗਿਆ। ਤੇ ਜੇ ਆਪਾਂ ਮੋਲਟਨ ਸਟੇਟ ਦੀ ਗੱਲ ਕਰੀਏ, ਮੋਲਟਨ ਸਟੇਟ ਦਾ ਮਤਲਬ ਕੀ ਹੈ, ਮੋਲਟਨ ਸਟੇਟ ਦਾ ਮੀਨਿੰਗ ਆਪਣੇ ਕੋਲ ਹੈਗਾ ਹੈ ਕਿ ਉਹ ਆਪਣੇ ਕੋਲ ਜਿਹੜਾ ਆਬਜੈਕਟ ਆਪਣੇ ਕੋਲ ਰਿਡਿਊਸ ਹੋ ਰਿਹਾ ਹੋਏਗਾ, ਜਦੋਂ ਆਪਾਂ ਨੂੰ ਹੀਟ ਕਰਦੇ ਆ, ਲੀਕ, ਜਦੋਂ ਵੀ ਆਪਾਂ ਕੋਈ ਸਬਸਟੈਂਸ ਹੈ, ਜਦੋਂ ਆਪਾਂ ਉਹਨੂੰ ਹੀਟ ਕਰੀਏ ਤੇ ਉਹ ਕੀ ਕਰੇਗਾ, ਰਿਡਿਊਸ ਹੋ ਜਾਏ, ਆਪਣੇ ਆਪ ਨੂੰ ਰਿਡਿਊਸ ਕਰ ਦੇ ਲਿਕੁਇਡ ਦੇ ਵਿੱਚ, ਉਹਨੂੰ ਕੀ ਬੋਲਦੇ ਆਪਾਂ, ਮੋਲਟਨ ਸਟੇਟ। ਹੁਣ ਬੱਚੇ ਨੈਕਸਟ ਟੌਪਿਕ ਹੈ ਮੈਟਲ ਅਕਰ ਕਿਵੇਂ ਹੁੰਦੇ ਆ। ਬੱਚੇ ਸਮ ਆਫ ਮੈਟਲ ਲਾਈਕ 골ਡ, ਸਿਲਵਰ ਆਪਣੇ ਕੋਲ ਫਾਊਂਡ ਇਨ ਫ੍ਰੀ ਸਟੇਟ, ਆਪਣੇ ਕੋਲ ਅਰਥ ਚ ਫ੍ਰੀ ਸਟੇਟ ਚ ਅਵੇਲੇਬਲ ਹੈ ਤੇ ਲੈਸ ਰਿਐਕਟਿਵ ਨੇ। मोस्ट मेटल जिवें ऑक्साइड्स हो गया, कार्बन, मोस्ट मेटल्स आर फाउंड एज ऑक्साइड। कई मेटल्स अपने को ऑक्साइड्स नाल मिलदे, कार्बोनेट्स बनदे, सल्फाइड्स बनदे, उन्हां दे हैलाइड्स बनदे। हुण एक बच्चा आंदा मिनरल ओर ते गैंगियो, आ तीनों वर्ड है। मिनरल ओर, मिनरल बेसिकली एलिमेंट या कंपाउंड्स हुंदे हैं जिहड़े अपने कोल अर्थ क्रस्ट दे अंदर मिलदे, ठीक है। हुण ओर की है, मिनरल है जिहड़ा आपां एक्सट्रैक्ट करदे हां प्रॉफिटेबली। हुण जदों अपने कोल कोई भी चीज है, जो आप प्रॉफिटेबली एक्सट्रैक्ट करांगे, ਉਹਨੂੰ ਕੀ ਆਪਣੇ ਕੋਲ ਕੀ ਹੋ ਜਾਏਗਾ, ਮਿਨਰਲ ਦੀ ਕੋਈ ਵੀ ਫॉर्म ਹੈ, ਔਰ ਇਜ਼ ਅ ਮਿਨਰਲ from which metals can be extracted profitably। ਹੁਣ ਆਪਣੇ ਕੋਲ ਕੀ ਹੈ, ਦੇਖੋ ਆਪਣੇ ਕੋਲ ਬਹੁਤ ਜ਼ਿਆਦਾ 골ਡ ਮਿਲ ਗਿਆ, ਠੀਕ ਹੈ, ਕਿਸੇ ਚੀਜ਼ ਦਾ। ਹੁਣ ਉਸ 골ਡ ਦਾ ਆਪਣੇ ਕੋਲ ਔਰ ਕੀ ਆਏਗਾ, 골ਡ ਇਜ਼ ਮਿਨਰਲ। ਫॉर एग्जांपल ਆਪਾਂ ਆਪਦੇ ਵੱਲੋਂ ਕਰ ਦਿੱਤੇ ਹਾਂ ਕਿ 골ਡ ਆਪਾਂ ਨੂੰ ਧਰਤੀ ਤੇ ਮਿਲਿਆ, ਉਹ ਮਿਨਰਲ ਹੈ, ਠੀਕ ਹੈ। ਹੁਣ ਆਪਾਂ ਉਸ ਮਿਨਰਲ ਚੋਂ ਥੋੜੀ ਜੀ ਚੀਜ਼ ਕੱਢੀ ਆਪਣੇ ਪ੍ਰੋਫਿਟ ਦੇ ਲਈ, ਉਹਨੂੰ ਮੈਟਲ ਬਣਾਉਣ ਦੇ ਲਈ, ਪ੍ਰੋਪਰ ਫਾਰਮ ਦਾ ਮੈਟਲ ਬਣਾਉਣ ਦੇ ਲਈ, ਉਹਨੂੰ ਕੀ ਬੋਲਦੇ ਆ, ਔਰ। ਗੈਂਗਿਓ ਬੇਸਿਕਲੀ ਜਿਹੜੀਆਂ ਇੰਪਿਉਰਿਟੀਜ਼ ਪ੍ਰੈਜ਼ੈਂਟ ਹੁੰਦੀਆਂ ਔਰ ਦੇ ਵਿੱਚ, ਜਿਵੇਂ ਰੌਕ ਪਾਰਟੀਕਲਸ ਹੋ ਗਏ, ਸੈਂਡ ਪਾਰਟੀਕਲਸ ਹੋ ਗਏ, ਕਲੇ ਪਾਰਟੀਕਲਸ ਹੋ ਗਏ, that is your ਗੈਂਗਿਓ। ਹੁਣ ਬੱਚੇ ਆਪਾਂ ਐਕਸਟ੍ਰੈਕਟ ਕਿਵੇਂ ਕਰ ਸਕਦੇ ਹਾਂ, ਇੰਪੋਰਟੈਂਟ ਨੇ। एक्सट्रैक्शन ऑफ मैटर फ्रॉम देयर ओर्स, ओर्स तो आप मैटल्स ਨੂੰ ਕਿਵੇਂ ਐਕਸਟ੍ਰੈਕਟ ਕਰ ਸਕਦੇ ਹਾਂ। ਜਿਹੜੇ ਮੈਟਲਸ ਹੈ ਉਹ ਆਪਾਂ ओर्स ਤੋਂ ਐਕਸਟ੍ਰੈਕਟ ਕਰ ਸਕਦੇ ਹਾਂ। 3 ਮੇਨ ਟਾਈਪਸ ਨੇ। ਪਹਿਲੀ ਆਪਣੇ ਕੋਲ ਕੀ ਹੈ, एक्सट्रैक्शन ऑफ मैटर, मतलब ਆਪਾਂ ਕਿਵੇਂ ਮੈਟਲਸ ਤੋਂ ਔਰ ਬਣਾ ਸਕਦੇ ਹਾਂ, ਸੌਰੀ ओर्स ਤੋਂ ਮੈਟਲ ਬਣਾ ਸਕਦੇ ਹਾਂ। ਮੈਟਲਸ ਨੂੰ ਆਪਾਂ ਕਿਵੇਂ ਔਰ ਤੋਂ ਬਣਾ ਸਕਦੇ ਹਾਂ, 3 ਸਟੈਪ ਹੈ। ਕੰਸੈਂਟ੍ਰੇਸ਼ਨ ਆਫ ਔਰ, ਕਿੰਨਾ ਔਰ ਆਪਣੇ ਕੋਲ ਇਨਰਿਚ ਹੈ, ਇਨਰਿਚ ਦਾ ਮਤਲਬ ਹੈ ਕਿੰਨਾ ਆਪਣੇ ਕੋਲ ਪਿਓਰ ਹੈ। ਰਿਡਕਸ਼ਨ, ਪਹਿਲਾਂ ਤੁਹਾਨੂੰ ਆਪਾਂ ਮੈਟਲ ਚ ਰਿਡਿਊਸ ਕਰਾਂਗੇ, ਫਿਰ ਆਪਾਂ ਉਹਦੀ ਕੀ ਕਰਾਂਗੇ, ਰਿਫਾਈਨਿੰਗ। ਰਿਫਾਈਨਿੰਗ ਦਾ ਬੱਚੇ ਮਤਲਬ ਹੁੰਦਾ ਪਿਓਰੀਫਿਕੇਸ਼ਨ ਆਫ ਮੈਟਲ, ਤਾਂ ਹੀ ਆਪਣੇ ਕੋਲ ओरिजिनल ਮੈਟਲ ਬਣੇਗਾ। ਹੁਣ ਕੰਸੈਂਟ੍ਰੇਸ਼ਨ ਦੀ ਜੇ ਆਪਾਂ ਗੱਲ ਕਰੀਏ, ਹੁਣ ਕੰਸੈਂਟ੍ਰੇਸ਼ਨ ਦੇ ਵਿੱਚ ਆਪਾਂ ਕੀ ਕਰਦੇ ਆ, ਆਪਾਂ ਉਹਦੇ ਵਿੱਚ ਜਿਹੜੇ ਗੈਂਗਿਓ ਦੈਟ ਇਜ਼ ਇੰਪਿਉਰਿਟੀਜ਼ ਹੁੰਦੀਆਂ, ਆਪਾਂ ਉਹਨੂੰ ਕੀ ਕਰਦੇ ਆ, ਬਾਈ ਡਿਫਰੈਂਟ ਮੈਥਡਸ ਕੀ ਕਰਨ ਦੀ ਕੋਸ਼ਿਸ਼ ਕਰਦੇ ਆ, ਰਿਮੂਵ ਕਰਨ ਦੀ ਕੋਸ਼ਿਸ਼ ਕਰਦੇ ਆ। ਕੰਸੈਂਟ੍ਰੇਸ਼ਨ ਆਫ ਔਰ ਦਾ ਮਤਲਬ ਹੈ ਕਿ ਆਪਾਂ ਉਹਦੇ ਚ ਇੰਪਿਉਰਿਟੀਜ਼ ਨੂੰ ਕੀ ਕਰਨਾ, ਰਿਮੂਵ, ਇੰਪਿਉਰਿਟੀਜ਼ ਰਿਮੂਵ। ਜੇ ਇੰਪਿਉਰਿਟੀਜ਼ ਰਿਮੂਵ ਹੋ ਕੀ ਹੋ ਜਾਏਗਾ, ਰਿਚ ਹੋ ਜਾਏਗਾ, ਇਨਰਿਚਮੈਂਟ ਆ ਗਈ ਉਹਦੇ ਵਿੱਚ। ਹੁਣ ਦੇਖੋ ਬੱਚੇ, ਐਕਸਟ੍ਰੈਕਸ਼ਨ ਆਫ ਮੈਟਲਸ ਇਨ ਦ ਐਕਟੀਵਿਟੀ ਸੀਰੀਜ਼। ਹੁਣ ਜਿਹੜੇ ਆਪਣੇ ਕੋਲ ਮੈਟਲਸ ਹੈ ਉਹਨਾਂ ਦੀ ਐਕਸਟ੍ਰੈਕਸ਼ਨ ਕਰਨਾ ਐਕਟੀਵਿਟੀ ਸੀਰੀਜ਼ ਵਾਲੇ ਜਿੰਨੇ ਵੀ ਹੈ, ਬੱਚੇ ਐਕਸਟ੍ਰੈਕਸ਼ਨ ਆਫ ਮੈਟਲਸ ਲੋ ਇਨ ਦ ਐਕਟੀਵਿਟੀ ਸੀਰੀਜ਼। ਹੁਣ ਦੇਖੋ ਕਹਿੰਦੇ ਜਿਹੜੇ ਮੈਟਲਸ ਆਪਣੇ ਕੋਲ ਐਕਟੀਵਿਟੀ ਸੀਰੀਜ਼ ਵਿੱਚ ਨੇ, which are low in activity series can be reduced to metals by heating in the oxidation of। ਹੁਣ ਦੇਖੋ ਬੱਚੇ ਲੋ ਕਿਹੜੇ ਸੀਗੇ ਐਕਟੀਵਿਟੀ ਸੀਰੀਜ਼ ਦੀ ਗੱਲ ਜੇ ਕਰੀਏ ਆਪਾਂ,
this one is reactivity series। ਹੁਣ ਲੋ ਕਿਹੜੇ ਨੇ, ਮਰਕਰੀ ਕੋਪਰ ਸਿਲਵਰ ਗੋਲਡ। ਹੁਣ ਇਹਨਾਂ ਨੂੰ ਆਪਾਂ ਕੀ ਕਰ ਸਕਦੇ ਹਾਂ, ਈਜ਼ੀਲੀ ਕੀ ਕਰ ਸਕਦੇ ਹਾਂ, ਰਿਡਿਊਸ ਕਰ ਸਕਦੇ ਹਾਂ ਉਹਨਾਂ ਦੇ ਔਰ ਤੋਂ। ਹੁਣ ਕਿਵੇਂ, ਦੇਖੋ ਬੱਚੇ, ਬੱਚੇ ਇੱਕ ਮਿੰਟ, ਇੱਕ ਪੇਜ ਰਹਿ ਗਿਆ ਉਹ ਚੈੱਕ ਕਰ ਲਓ ਪਹਿਲਾਂ। ਹੁਣ ਬੱਚੇ ਸਟੈਪਸ ਇਨਵੋਲਵ, ਪਹਿਲਾਂ ਤਾਂ ਆਪਣੇ ਕੋਲ ਕਿਹੜੇ ਕਿਹੜੇ ਸਟੈਪ ਹੁੰਦੇ, ਹੁਣ ਦੇਖੋ ਮੈਟਲਸ ਆਫ ਹਾਈ ਰਿਐਕਟਿਵਿਟੀ, ਮੀਡੀਅਮ ਐਂਡ ਲੋ। ਹੁਣ ਹਾਈ ਕਿਹੜੇ ਸੀ, ਸੋਡੀਅਮ ਪੋਟਾਸ਼ੀਅਮ ਵਾਲੇ, ਲੋ ਕਿਹੜੇ ਸੀ, ਕਾਪਰ ਸੋਲ ਵਾਲੇ, ਹੁਣ ਮੀਡੀਅਮ ਕਿਹੜੇ ਸੀ, ਜ਼ਿੰਕ ਆਇਰਨ। ਸਭ ਤੋਂ ਪਹਿਲਾਂ ਬੱਚੇ ਨੂੰ ਮੋਲਟਨ ਔਰ ਬਣਾਵਾਂਗੇ, ਮਤਲਬ ਉਹ ਜਿਹੜਾ ਆਪਣੇ ਕੋਲ ਹਾਰਡ ਸਬਸਟੈਂਸ ਨੂੰ ਲਿਕੁਇਡ ਸਟੇਟ ਦੇ ਵਿੱਚ ਰਿਡਿਊਸ ਕਰਾਂਗੇ, ਉਸ ਤੋਂ ਬਾਅਦ ਉਹ ਪਿਓਰ ਮੈਟਲ ਬਣਦਾ। ਜਿਹੜੇ ਜਿਨ੍ਹਾਂ ਦੀ ਰਿਐਕਟਿਵਿਟੀ ਹਾਈ ਹੁੰਦੀ ਹੈ, ਜਾਂ ਤਾਂ ਉਹ ਕਾਰਬੋਨੇਟ ਔਰ ਬਣਦੇ ਜਾਂ ਸਲਫਾਈਡ ਔਰ ਬਣਦੇ ਆ। ਕਾਰਬੋਨੇਟ ਔਰ ਚ ਕੈਲਸੀਨੇਸ਼ਨ ਹੁੰਦੀ ਹੈ, ਸਲਫਾਈਡ ਔਰ ਚ ਰੋਸਟਿੰਗ ਹੁੰਦੀ ਹੈ, ਰੋਸਟਿੰਗ ਤੋਂ ਬਾਅਦ ਕਿਉਂ ਬਣ ਜਾਂਦੇ ਆ, ਮੈਟਲ ਆਕਸਾਈਡ ਬਣ ਜਾਂਦੇ ਆ। ਠੀਕ ਹੈ, ਫਿਰ ਆਕਸਾਈਡ ਆਫ ਮੈਟਲ ਬਣਨ ਤੋਂ ਬਾਅਦ ਰਿਡਿਊਸ ਹੁੰਦੇ ਆ ਮੈਟਲ ਚ, ਰਿਡਿਊਸ ਹੋਣ ਤੋਂ ਬਾਅਦ ਬੱਚੇ ਉਹਨਾਂ ਦਾ ਕੀ ਹੁੰਦਾ, ਰਿਫਾਈਨਿੰਗ ਹੁੰਦੀ ਹੈ। ਉਵੇਂ ਆ ਸਟੈਪ ਵਾਈਜ਼ ਯਾਦ ਰੱਖਣਾ ਹੈ ਕਿ ਲੋਅਰ ਐਕਟੀਵਿਟੀ ਸਲਫਾਈਡ ਔਰ ਬਣਦੇ, ਸਿਰਫ ਰੋਸਟਿੰਗ ਹੋਏਗੀ, ਮੈਟਲ ਬਣੇਗਾ, ਫਿਰ ਰਿਫਾਈਨਿੰਗ ਹੋਏਗੀ। ਦਿਸ ਇਜ਼ ਅ ਪ੍ਰੋਸੈਸ। ਹੁਣ ਬੱਚੇ ਆਪਣੇ ਕੋਲ ਕਹਿੰਦੇ ਪਏ ਜਿਹੜੇ ਆਪਣੇ ਕੋਲ ਲੋ ਹੈ ਐਕਟੀਵਿਟੀ ਸੀਰੀਜ਼ ਦੇ ਵਿੱਚ, ਉਹਨਾਂ ਨੂੰ ਕੀ ਕਰ ਸਕਦੇ ਆ, ਰੋਸਟਿੰਗ ਕੀ ਪ੍ਰੋਸੈਸ ਹੈ। ਸਭ ਤੋਂ ਪਹਿਲਾਂ ਰੋਸਟਿੰਗ ਕੀ ਚੀਜ਼ ਹੈ, ਮੈਟਲ ਜਿਹੜੇ ਲੋ ਹੁੰਦੇ ਐਕਟੀਵਿਟੀ ਸੀਰੀਜ਼ ਚ, ਉਹ ਆਪਾਂ ਨੂੰ ਰਿਡਿਊਸ ਕਰ ਦਿੰਦੇ ਆ ਮੈਟਲਸ ਦੇ ਵਿੱਚ, ਜਦੋਂ ਆਪਾਂ ਉਹਨੂੰ ਹੀਟ ਕਰਦੇ ਇਨ ਦਾ ਪ੍ਰੈਜ਼ੈਂਸ ਆਫ ਆਕਸੀਜਨ। ਜਦੋਂ ਵੀ ਕਿਸੇ ਮੈਟਲ ਨੂੰ ਆਪਾਂ ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ ਹੀਟ ਕਰਦੇ ਆ, ਉਸ ਪ੍ਰੋਸੈਸ ਨੂੰ ਕੀ ਬੋਲਦੇ ਆ, ਰੋਸਟਿੰਗ। ਜਿਹੜਾ ਮਰਕਰੀ ਹੈ ਬੱਚੇ, ਆਪਾਂ ਉਹ ਕਿਹੜੇ ਉਹ ਤੋਂ ਆਪਣੇ ਕੋਲ ਬਣਦਾ ਹੈ, ਸਿਨਾਬਾਰ। ਦਿਸ ਇਜ਼ MCQ, important MCQ। Mercury is obtained from its ore that is known as cinnabar, that is HGS, by heating the presence of oxygen। बच्चे HGS ਨੂੰ ਆਪਾਂ oxygen ਨਾਲ heat ਕਰਦੇ ਹਾਂ, that is heating, we will get mercuric oxide। ਜਦੋਂ ਵੀ ਆਪਾਂ ਇਹਨੂੰ heat ਕਰਦੇ ਹਾਂ, ਪਹਿਲਾਂ ਤਾਂ mercuric oxide ਬਣਦਾ ਹੈ ਬੱਚੇ, ਫਿਰ mercuric oxide ਨੂੰ further heat ਕਰਦੇ ਹਾਂ, then ਆਪਣੇ ਕੋਲ ਕੀ ਬਣਦਾ, ਕੱਲਾ mercury plus oxygen can be reduced। Similarly ਬੱਚੇ copper ਹੈ, ਉਹ ਆਪਣੇ ਕੋਲ ਉਹਦੀ ਸਲਫਾਈਡ ਔਰ ਤੋਂ ਬਣਦਾ ਹੈ, ਉਵੇਂ mercury ਹੈ, ਉਹ ਵੀ ਉਹਦੀ ਸਲਫਾਈਡ ਔਰ ਤੋਂ ਹੀ ਬਣਦਾ, ਉਹਨੂੰ ਕੀ ਬੋਲਦੇ, cinnabar। by heating in the presence of oxygen, ਉਵੇਂ ਆਕਸੀਜਨ ਕਿਤਾ ਆਪਣੇ ਕੋਲ, ਪਹਿਲਾਂ ਕਾਪਰ ਆਕਸਾਈਡ ਬਣਿਆ, ਫਿਰ ਕਾਪਰ ਆਕਸਾਈਡ ਤੋਂ ਆਪਾਂ ਨੂੰ ਕੀ ਕੀਤਾ, ਫਿਰ ਉਹਦੇ ਚ ਉਹੀ ਚੀਜ਼ ਡਾਲੀ, ਉਹਦੀ ਸਲਫਾਈਡ ਔਰ ਡਾਲਿਆ, ਫਿਰ ਉਹਨੂੰ ਹੀਟ ਕੀਤਾ, then you get copper plus sulfur oxide is sticking out। ਵਜਨ ਦੇਖੋ Cu2 ਐਸ ਆਪਣੇ ਕੋਲ ਐਜ਼ ਅ ਕੈਟਲਿਸਟ ਐਕਟ ਕਰ ਰਿਹਾ, ਉਹ ਐਜ਼ ਅ ਕੈਟਲਿਸਟ ਐਕਟ ਨਹੀਂ ਕੀਤਾ। ਠੀਕ ਹੈ, ਹੁਣ ਬੱਚੇ ਜਿਹੜੇ ਮਿਡਲ ਚ ਹੈ, ਮਿਡਲ ਕਿਹੜੇ ਵਾਲੇ ਆ, ਜਿਨ੍ਹਾਂ ਦੀ ਰਿਐਕਟਿਵਿਟੀ ਕੀ ਹੈ, ਮੀਡੀਅਮ। ਹੁਣ ਜਿਹੜੇ ਮਿਡਲ ਦੇ ਵਿੱਚ ਜਿਵੇਂ ਜ਼ਿੰਕ, ਆਇਰਨ, ਲੈਡ, ਉਹ ਆਪਣੇ ਕੋਲ ਆਕਸਾਈਡ, ਸਲਫਾਈਡ ਤੇ ਕਾਰਬੋਨੇਟ ਔਰ ਬਣਦੇ ਆ। ਠੀਕ ਹੈ, ਇਟ ਇਜ਼ ਈਜ਼ੀਅਰ ਟੂ obtain metal from their oxide than from their, ਕਹਿੰਦੇ ਜਿਹੜਾ ਮੈਟਲ ਹੈ ਆਕਸਾਈਡ ਤੋਂ ਬਣਾਉਣਾ ਬਹੁਤ ਈਜ਼ੀ ਹੈ then from their sulfides or carbonates। so non oxide ores are converted into oxide। ਜਿਹੜੇ ਆਕਸਾਈਡ ores ਨਹੀਂ ਹੈਗੇ, ਉਹਨਾਂ ਨੂੰ ਪਹਿਲਾਂ ਆਕਸਾਈਡ ਬਣਾਉਂਦੇ ਆ, ਫਿਰ ਉਹਦੀ ਰਿਡਕਸ਼ਨ ਕਰ ਦਿੰਦੇ ਆ। ਠੀਕ ਹੈ, ਬਿਫੋਰ ਰਿਡਕਸ਼ਨ ਕਰ, ਜਿਹੜੇ ਨॉन ਆਕਸਾਈਡ, ਉਹਨਾਂ ਨੂੰ ਆਕਸਾਈਡ ਬਣਾਉਣ ਆਪਾਂ ਰੋਸਟਿੰਗ ਜਾਂ ਕੈਲਸੀਨੇਸ਼ਨ ਯੂਜ਼ ਕਰਦੇ ਆ। ਬੱਚੇ ਰੋਸਟਿੰਗ ਆਪਣੇ ਕੋਲ ਕੀ ਪ੍ਰੋਸੈਸ ਹੈ, ਜਿਹੜਾ ਆਪਣੇ ਕੋਲ ਆਪਾਂ ਮੈਟਲ ਨੂੰ ਹੀਟ ਕਰਨਾ ਹੈ, ਕਿਸੇ ਵੀ ਔਰ ਨੂੰ ਹੀਟ ਕਰਨਾ ਇਨ ਦਾ ਪ੍ਰੈਜ਼ੈਂਸ ਆਫ ਆਕਸੀਜਨ, that is roasting। ਹੁਣ ਕੈਲਸੀਨੇਸ਼ਨ ਕੀ ਹੈ, ਹੀਟਿੰਗ ਐਨ ਔਰ ਇਨ ਦਾ ਐਬਸੈਂਸ ਆਫ ਆਕਸੀਜਨ, that is calcination। in the presence of oxygen, roasting; in the absence of oxygen, calcination। sulfide ores into oxide form, ZnS plus 3O2 heat ਕੀਤਾ, ZnO plus 2S2। ਉਹੀ ਬੱਚੇ ZnCO3 heat ਕੀਤਾ, ZnO plus CO2। ਹੁਣ ਬੱਚੇ ਦੇਖੋ ਕੈਲਸੀਨੇਸ਼ਨ ਦਾ ਮਤਲਬ ਕੀ ਹੈ, ਇਹਦੇ ਚ नो ਆਕਸੀਜਨ, ਇਹ ਰੋਸਟਿੰਗ ਦਾ ਮਤਲਬ ਕੀ ਹੈ, ਇਹਦੇ ਚ ਆਕਸੀਜਨ ਦੀ ਕੀ ਹੈ, ਵੈਲਿਊ ਪ੍ਰੈਜ਼ੈਂਟ ਹੈ। ਹੁਣ ਜਿਹੜੇ ਆਕਸਾਈਡ ਔਰ ਹੈ, ਉਹਨਾਂ ਨੂੰ ਫਰਦਰ ਰਿਡਿਊਸ ਕਰ ਦਿੰਦੇ ਆ ਮੈਟਲ ਦੇ ਵਿੱਚ ਬਾਈ ਹੀਟਿੰਗ ਵਿਦ ਅ ਰਿਡਿਊਸਿੰਗ ਏਜੰਟ। ਜਿਹੜੇ ਆਕਸਾਈਡ ਔਰ ਹੋਣਗੇ, ਆਪਾਂ ਉਹਨੂੰ ਫਿਰ ਫਰਦਰ ਰਿਡਿਊਸ ਕਰਾਂਗੇ ਮੈਟਲਸ ਦੇ ਵਿੱਚ, ਜਦੋਂ ਆਪਾਂ ਉਹਨਾਂ ਨੂੰ ਹੀਟ ਕਰ ਦਿੰਦੇ ਆ ਰਿਡਿਊਸਿੰਗ ਏਜੰਟ ਦੇ ਨਾਲ। ਮੋਸਟ ਕਾਮਨ ਰਿਡਿਊਸਿੰਗ ਏਜੰਟ ਕਿਹੜਾ ਆਪਣੇ ਕੋਲ ਬੱਚੇ, ਕੋਕ। ਕੋਕ ਬੱਚੇ ਇਟ ਇਜ਼ ਐਨ ਫਾਰਮ ਆਫ ਕਾਰਬਨ, ਕੋਕ ਇਜ਼ ਅ ਫਾਰਮ ਆਫ ਕਾਰਬਨ, ZnO plus ਕਾਰਬਨ। ਆਪਾਂ ਨੂੰ ਹੀਟ ਕੀਤਾ ਬੱਚੇ, ਦਿਸ ਇਜ਼ ਦਾ ਫਾਰਮ, ਹੀਟ ਹੁੰਦਾ ਇਹਦਾ ਮਤਲਬ, ਜੇ ਐਗਜ਼ਾਮ ਦੇ ਵਿੱਚ ਇਹਦਾ ਡੈਲਟਾ ਬਣਿਆ ਹੋਵੇ, ਉਹਦਾ ਮਤਲਬ ਹੈ ਹੀਟ। ਜ਼ਿੰਕ ਪਲਸ CO, ਬੱਚੇ CO ਦਾ ਮਤਲਬ ਕੀ ਹੈ, ਕਾਰਬਨ ਡਾਈਆਕਸਾਈਡ ਨੂੰ ਬੋਲਦੇ ਕਾਰਬਨ ਮੋਨੋਆਕਸਾਈਡ। ਬੱਚੇ that is next is thermite reaction। ਬੱਚੇ thermite reaction basically ਕੀ ਹੈ, ਉਹ reaction ਜਿਹਦੇ ਚ ਮੈਟਲ ਆਕਸਾਈਡ ਤੇ ਐਲੂਮੀਨੀਅਮ ਨੂੰ, ਉਹ ਕੀ ਹੁੰਦਾ, ਨਾ ਹਾਈਲੀ ਐਕਸੋਥਰਮਿਕ ਹੋਣ ਤੇ ਜਿਹੜਾ ਮੈਟਲ ਬਣੇ ਉਹ obtain ਹੋਵੇ ਆਪਣੇ ਕੋਲ ਮੋਲਟਨ ਸਟੇਟ ਦੇ ਵਿੱਚ, ਉਹਨੂੰ ਕੀ ਬੋਲਦੇ, ਥਰਮੇਟ ਰਿਐਕਸ਼ਨ। ਹੁਣ ਜੇ ਆਪਾਂ ਇਹਦੀ ਗੱਲ ਕਰੀਏ ਥਰਮਾਈਟ ਰਿਐਕਸ਼ਨ ਦੀ, ਹੁਣ ਓਕੇ ਬਿਫੋਰ ਥਰਮਾਈਟ ਰਿਐਕਸ਼ਨ ਆਪਾਂ ਸਟਾਰਟਿੰਗ ਤੋਂ ਦੁਬਾਰਾ ਦੱਸ ਲਈਆਂ ਕਿ ਕੀ ਚੀਜ਼ਾਂ ਆਪਾਂ ਕੀਤੀਆਂ।
because only 5 pages का अपने को सारा टॉपिक रह गया। I'm starting from first page। और फिजिकल प्रॉपर्टीज कितनी आपा कोई फिजिकल प्रॉपर्टी से डाउट होवे ਤਾਂ ਵੀ ਦੱਸੋ। then ਆਪਾਂ ਕੀਤਾ ਨॉन ਮੈਟਰਸ ਦੀ ਫਿजिकल प्रॉपर्टीज। then we will do starting chemical properties of matter। ਸਾਰਾ ਕੁਝ ਮੈਟਰਸ ਦੀ chemical property ਚੱਲ ਰਹੀ ਹੈ। ਰਿਐਕਸ਼ਨ ਵਿਦ ਆਕਸੀਜਨ ਕੀਤਾ, ਆਕਸੀਜਨ ਕਰਨਾ ਮੈਟਲ ਆਕਸਾਈਡ ਬਣਦੇ ਪਏ ਆ। ਹੁਣ ਕੁਝ ਇਹੋ ਜਿਹੇ ਮੈਟਲ ਆਕਸਾਈਡ ਹੁੰਦੇ ਜਿਹੜੇ ਐਸਿਡਿਕ ਵੀ ਹੁੰਦੇ, ਬੇਸਿਕ, ਉਹਨੂੰ ਬੋਲਦੇ ਐਮਫੋਟੈਰਿਕ। then ਬੱਚੇ ਆਪਣੇ ਕੋਲ ਆਂਦਾ ਰਿਐਕਟੀਵਿਟੀ ਆਫ ਡਿਫਰੈਂਟ ਮੈਟਲਸ ਕਿਵੇਂ ਆਪਣੇ ਕੋਲ ਆਕਸਾਈਡ ਨਾਲ ਕਰਦੀ ਪਈ ਸੀ। then ਬੱਚੇ ਆਪਣਾ ਰਿਐਕਸ਼ਨ ਵਿਦ ਵਾਟਰ ਕੀਤੀ। then ਉਵੇਂ ਹੁੰਦਾ ਕੀਤਾ ਕਿ ਕਿਵੇਂ ਕਿਵੇਂ ਡਿਫਰੈਂਟ ਆਪਣੇ ਕੋਲ ਮੈਟਲ ਦਾ ਵਾਟਰ ਦੇ ਨਾਲ ਕਿਵੇਂ ਰਿਐਕਟ ਕਰਦੇ ਆ। ਰਿਐਕਸ਼ਨ ਕੀਤੀ ਆਪਾਂ ਐਸਿਡਸ ਦੇ ਨਾਲ। then ਬੱਚੇ ਆਪਣੇ ਕੋਲ ਆਇਆ ਮੈਟਲ ਸਾਲਟ ਸੋਲੂਸ਼ਨ ਦੇ ਨਾਲ ਆਪਾਂ ਰਿਐਕਸ਼ਨ ਕੀਤੀ। ਮੈਟਲ ਸਾਲਟ ਸੋਲੂਸ਼ਨ ਕਿਹੜਾ ਸੀਗਾ ਉਦੋਂ ਆਪਣੇ ਕੋਲ ਕਿਹੜੀ ਰਿਐਕਸ਼ਨ ਆਈ ਸੀ, ਡਿਸਪਲੇਸਮੈਂਟ ਰਿਐਕਸ਼ਨ। then ਬੱਚੇ ਆਪਾਂ ਰਿਐਕਟੀਵਿਟੀ ਸੀਰੀਜ਼ ਮੈਟਲ ਦੀ ਕੀਤੀ। डाउन ਦਾ ਗਰੁੱਪ ਆਪ ਜਿਵੇਂ ਜਿਵੇਂ ਆਪਾਂ ਡਾਊਨ ਜਾਈ ਜਾਂਦੇ ਹਾਂ ਉਵੇਂ ਉਵੇਂ ਆਪਣੇ ਕੋਲ ਐਕਟੀਵਿਟੀ ਡਿਕਰੀਜ਼ ਕਰਦੀ ਹੈ। ਰਿਐਕਟੀਵਿਟੀ ਸੀਰੀਜ਼ ਵੀ ਬੇਸਿਕਲੀ ਕਿਸੇ ਅਰੇਂਜਮੈਂਟ ਆਫ ਮੈਟਲਸ ਇਨ ਡਿਕਰੀਜ਼ਿੰਗ ਆਰਡਰ ਆਫ योर ਰਿਐਕਟੀਵਿਟੀ, ਦੈਟ ਇਜ਼ योर ਰਿਐਕਟੀਵਿਟੀ ਸੀਰੀਜ਼। ਨੈਕਸਟ ਬੇਟਾ ਆਪਣੇ ਕੋਲ ਸੀਗਾ ਮੈਟਲਸ ਨੂੰ ਆਪਾਂ ਨॉन ਮੈਟਲਸ ਨਾਲ ਕਿਵੇਂ ਰਿਐਕਟ ਕਰ ਸਕਦੇ ਹਾਂ। ਮੈਟਲਸ ਬੇਸਿਕਲੀ ਕੀ ਕਰਨਗੇ, ਇਲੈਕਟ੍ਰੋਨ ਲੂਜ਼ ਕਰਨਗੇ ਤਾਂ ਖੁਦ ਪੋਜ਼ਿਟਿਵ ਆਇਨ ਬਣ ਜਾਣਗੇ। ਪੋਜ਼ਿਟਿਵ ਆਇਨ ਬਣਨ ਕਰਕੇ ਉਹਨਾਂ ਨੂੰ ਕੀ ਬੋਲਦੇ, ਇਲੈਕਟ੍ਰੋ ਪੋਜ਼ਿਟਿਵ ਆਇਨ। ਨॉन ਮੈਟਲਸ ਕੀ ਕਰਦੇ, ਇਲੈਕਟ੍ਰੋਨ ਨੂੰ ਗੇਨ ਕਰਦੇ ਆ ਤੇ ਨੈਗੇਟਿਵ ਆਇਨ ਬਣ ਜਾਂਦੇ। ਨੈਗੇਟਿਵ ਆਇਨ ਬਣਨ ਕਰਕੇ ਉਹਨਾਂ ਨੂੰ ਕੀ ਬੋਲਦੇ, ਇਲੈਕਟ੍ਰੋ ਨੈਗੇਟਿਵ ਆਇਨ। then ਬੱਚੇ ਕਲੋਰਾਈਡ ਦੀ, ਸੋਡੀਅਮ ਕਲੋਰਾਈਡ ਦੀ ਫਾਰਮੇਸ਼ਨ, ਮੈਗਨੀਸ਼ੀਅਮ ਕਲੋਰਾਈਡ ਦੀ ਫਾਰਮੇਸ਼ਨ। ਆਇਨਿਕ ਕੰਪਾਊਂਡਸ ਕਿਹੜੇ ਹੁੰਦੇ ਆ, ਆਇਨਿਕ ਕੰਪਾਊਂਡਸ ਉਹ ਕੰਪਾਊਂਡਸ ਹੋਣਗੇ ਜਿਹੜੇ ਟ੍ਰਾਂਸਫਰ ਹੁੰਦੇ ਆ ਮੈਟਲ ਟੂ ਨॉन ਮੈਟਲ। ਪ੍ਰੋਪਰਟੀਜ਼ ਕਿਤਨੀਆਂ ਬੱਚੇ ਆਪਾਂ ਆਇਨਿਕ ਕੰਪਾਊਂਡਸ ਦੀਆਂ। then occurrence of metal ਦੀ occurrence ਆਪਣੇ ਕੋਲ ਤਿੰਨ ਫਾਰਮਸ ਹੋ ਸਕਦੀ ਹੈ, ਮਿਨਰਲ, ਔਰ ਐਂਡ ਗੈਂਗੂ। ਮਿਨਰਲ ਬੇਸਿਕਲੀ ਆਪਣੇ ਕੋਲ ਨੈਚੁਰਲੀ ਫਾਊਂਡ ਹੁੰਦੇ ਆ। और की है मिनरल दी अपने कोल की है फॉर्म है जिन्हों जिदे थ्रू आप मैटल ਨੂੰ एक्सट्रैक्ट कर सकते हैं। गैंगियम प्योरिटी पार्टिकल्स है आपने को सारी अपनी इंटरेक्शन कीतियां। ਹੁਣ नेक्स्ट अपने को आया थर्मिक रिएक्शन। ओके, थर्मिक रिएक्शन बेसिकली समटाइम्स रिएक्टिव है मेटल्स जिवें सोडियम, कैल्शियम, एल्यूमीनियम ਆਪਾਂ ਨੂੰ यूज करते हैं एज अ रिड्यूसिंग एजेंट टू ऑब्टेन मेटल्स फ्रॉम देयर ऑक्साइड। रिड्यूसिंग एजेंट बच्चे केड़े होंगे जो खुद रिड्यूस करके दूजे ਨੂੰ ऑक्सीजन दे देंगे। खुद रिड्यूस हो गया, इन्हें आपका ऑक्सीजन एल्यूमिनियम ਨੂੰ दे ਦਿੱਤਾ। ठीक है, 3 times MnO2 plus 4 times aluminium। what you get बच्चे इन्हें खुद रिडक्शन हो गई, Mn बन गया प्लस इन्हें Al2 3 times O3 खुद की हो गया रिड्यूस हो गया। बच्चे इतने आ चीज है ना सही कर लेना था ना, 2 times 3 into 2 6 हो गया प्लस हीट एज अ रिड्यूस हो गई 2 times Al2O3। here you get 2 Al2O3। बच्चे जेडी रिएक्शन होगी मेटल ऑक्साइड, दिस इज मेटल ऑक्साइड प्लस एल्यूमीनियम। बच्चे एक्सोथर्मिक का मतलब की है, उनदे हीट रिलीज हुई हीट की हुई बच्चे, हीट इज रिलीजिंग एंड मेटल obtained होया मोल्टन स्टेट दे विच उन रिएक्शन ਨੂੰ ਕੀ ਬੋਲਦੇ ਆ, थर्मिक रिएक्शन। the reaction between iron oxide and aluminium produces molten iron। ਜਿਹੜੀ ਵੀ ਰਿਐਕਸ਼ਨ ਹੋਏਗੀ ਆਇਰਨ ਆਕਸਾਈਡ Fe2O3 plus 2 times Al अपने को की बना रही है, मोल्टन आयरन बना रही है प्लस एल्यूमीनियम ऑक्साइड। बच्चे देखो आयरन खुद रिड्यूस हो गया, रिड्यूस होके खुद केड़ी फॉर्म दे विच पहुंच गया, मोल्टन स्टेट दे विच। मोल्टन स्टेट ਦਾ मतलब ਕੀ ਹੈ कि लिक्विड ही है, रिड्यूस टू लिक्विड अपन रिड्यूस कर सकते हैं लिक्विड ਦੇ ਵਿੱਚ। ਹੁਣ ਬੱਚੇ ਆਪਣੇ ਕੋਲ ਐਵੇਂ ਦੀ ਰਿਐਕਸ਼ਨ ਐਲੂਮੀਨੀਅਮ ਆਕਸਾਈਡ ਤੇ ਐਲੂਮੀਨੀਅਮ ਵਾਲੀ ਰਿਐਕਸ਼ਨ ਜਿਹੜੀ ਹੈ ਰੇਲ ਟਰੈਕਸ ਨੂੰ ਜੁਆਇਨ ਕਰਨ ਦੇ ਲਈ, ਬ੍ਰੋਕਨ ਮਸ਼ੀਨ ਪਾਰਟਸ ਦੇ ਲਈ ਆਪਣੇ ਯੂਜ਼ ਕਰਦੇ ਆ। ਠੀਕ ਹੈ, ਜੁਆਇਨ ਰੇਲ ਟਰੈਕਸ ਐਗਜ਼ਾਮਪਲ ਚ ਐਮਸੀਕਿਊ ਬਣ ਸਕਦਾ ਹੈ। ਆ ਦੇਖੋ ਬੱਚੇ ਆ ਜਿਹੜੀ ਰਿਐਕਸ਼ਨ ਹੋ ਰਹੀ ਹੈ, ਦਿਸ ਇਜ਼ योर थर्मिक रिएक्शन। ਇਹਦੇ ਵਿੱਚ ਕੀ ਹੋ ਰਿਹਾ, Fe2O3 प्लस एल्यूमीनियम अपने को की बन रहे हैं Al2O3 प्लस आयरन बन रहे हैं, आयरन विल बी इन मोल्टन स्टेट। ਹੁਣ ਇਹ ਰਿਐਕਸ਼ਨ ਕੀ ਹੈ ਬੱਚੇ ਆਪਣੇ ਕੋਲ, ਐਕਸੋਥਰਮਿਕ। ਐਕਸੋਥਰਮਿਕ ਹੋਣ ਕਰਕੇ ਹੀਟ ਕੀ ਹੁੰਦੀ ਹੈ, ਰਿਲੀਜ਼ ਹੋ ਰਹੀ। ਥਰਮਾਈਟ ਬੈਲਟਸ, ਇਹਨਾਂ ਨੂੰ ਕੀ ਬੋਲਦੇ ਆ, ਥਰਮਾਈਟ ਬੈਲਟਸ। ਹੁਣ ਬੱਚੇ ਪੇਪਰ ਦੇ ਵਿੱਚ ਪੁੱਛ ਸਕਦੇ ਕਿ ਥਰਮਾਈਟ ਵੈਲਡ ਵਿੱਚ ਕਿਹੜੀ ਰਿਐਕਸ਼ਨ ਹੁੰਦੀ ਹੈ, ਐਲੂਮੀਨੀਅਮ ਯਾਦ ਰੱਖਣਾ ਕਿ ਐਲੂਮੀਨੀਅਮ ਆਣਾ ਹੀ ਆਣਾ ਮੈਟਲ ਆਕਸਾਈਡ ਦੇ ਨਾਲ।
ਹੁਣ ਬੱਚੇ ਆਪਣੇ ਕੋਲ ਐਕਸਟ੍ਰੈਕਸ਼ਨ ਆਫ ਮੈਟਲਸ ਐਟ ਦ ਟੌਪ ਆਫ ਐਕਟੀਵਿਟੀ ਸੀਰੀਜ਼। ਐਕਟੀਵਿਟੀ ਸੀਰੀਜ਼ ਦੇ ਟੌਪ ਤੇ ਆਪਣੇ ਕੋਲ ਮੈਟਲਸ ਦੀ ਜਿਹੜੀ ਐਕਸਟ੍ਰੈਕਸ਼ਨ ਹੋ ਰਹੀ ਹੈ, ਠੀਕ ਹੈ, ਉਹ ਕਿਵੇਂ? ਹੁਣ ਬੱਚੇ ਜਿਹੜੇ ਮੈਟਲਸ ਹੈ ਜਿਹੜੇ ਐਕਟੀਵਿਟੀ ਸੀਰੀਜ਼ ਦੇ ਟੌਪ ਤੇ ਪਏ ਆ, ਜਿਵੇਂ ਸੋਡੀਅਮ, ਪੋਟੈਸ਼ੀਅਮ, ਕੈਲਸ਼ੀਅਮ, ਐਲੂਮੀਨੀਅਮ, ਆਪਾਂ ਉਹਨੂੰ ਈਜ਼ੀਲੀ ਆਬਟੇਨ ਨਹੀਂ ਕਰ ਸਕਦੇ ਔਰ ਸਿੰਪਲੀ ਹੀਟ ਕਰਕੇ ਜਾਂ ਹੀਟ ਕਰਕੇ ਰਿਡਿਊਸਿੰਗ ਏਜੰਟ ਦੇ ਨਾਲ। Metals at the top of activity series like sodium, potassium, calcium, aluminium cannot be obtained from their ores by simple heating or heating with a reducing agent. These are obtained by electrolytic reduction of their molten chlorides. Molten वही चीज़ है जिन्हों पर reduce कर सकते हैं liquid form ਦੇ ਵਿੱਚ, that is electrolytic reduction. ਹੁਣ ਬੱਚੇ electrolytic reduction ਦਾ ਮਤਲਬ ਕੀ, ਆਪਾਂ ਉਹਨੂੰ electrolysis ਦੀ help ਦੇ ਨਾਲ ਸਾਰਾ ਕੰਮ ਕਰ ਸਕਦੇ ਹਾਂ, otherwise ਇਹ ਕੰਮ ਨਹੀਂ ਹੋਏਗਾ। When electric current is passed from molten sodium chloride, ਹੁਣ ਦੇਖੋ ਬੱਚੇ ਕਹਿੰਦੇ ਆਪਣੇ ਕੋਲ NaCl ਦਾ ਸੋਲੂਸ਼ਨ ਹੈ, ਜਦੋਂ ਇਲੈਕਟ੍ਰਿਸਿਟੀ ਪਾਸ ਹੋਏਗੀ ਜਿਹੜਾ ਸੋਡੀਅਮ ਮੈਟਲ ਹੈ ਉਹ ਕਿੱਥੇ ਡਿਪੋਜ਼ਿਟ ਹੋ ਜਾਏਗਾ? ਕੈਥੋਡ ਤੇ। ਯਾਦ ਰੱਖੋ ਬੱਚੇ, cathode is negatively charged particle, rod, cathode negatively charged rod, anode ਕੀ ਹੁੰਦਾ ਬੱਚੇ? negatively charged। ਹੁਣ ਇੱਕ ਹੋਰ ਗੱਲ ਯਾਦ ਰੱਖਣਾ ਬੱਚੇ, ਇੱਕ ਹੁੰਦਾ ਕਟਾਇਨ, ਇੱਕ ਹੁੰਦਾ ਅਨਾਇਨ। ਜਿਹੜਾ ਕਟਾਇਨ ਹੁੰਦਾ ਉਹ ਹੁੰਦਾ ਪੋਜ਼ਿਟਿਵ ਚਾਰਜ, ਯਾਦ ਰੱਖੋ ਤੇ ਸੀਸੀ ਦੋਨੋਂ ਸੇਮ ਨਹੀਂ ਹੈ। ਅਨਾਇਨ ਕੀ ਹੁੰਦਾ? ਨੈਗੇਟਿਵ ਚਾਰਜ। ਜਦੋਂ ਵੀ ਇਲੈਕਟ੍ਰਿਕ ਕਰੰਟ ਨੂੰ ਪਾਸ ਕਰਦੇ ਆ ਮੋਲਟਨ ਸੋਡੀਅਮ ਕਲੋਰਾਈਡ ਦੇ, ਸੋਡੀਅਮ ਕਲੋਰਾਈਡ ਕੀ ਹੋ ਜਾਂਦਾ? ਡਿਪੋਜ਼ਿਟ ਹੋ ਜਾਂਦਾ ਕੈਥੋਡ ਤੇ ਕਲੋਰੀਨ ਗੈਸ ਡਿਪੋਜ਼ਿਟ ਹੁੰਦੀ ਹੈ ਐਨੋਡ ਤੇ। ਜੇ ਆਪਾਂ ਐਡ ਕੈਥੋਡ ਗੱਲ ਕਰੀਏ, ਇਹਨੇ ਪੋਜ਼ਿਟਿਵ ਪਲੱਸ ਇਲੈਕਟ੍ਰੋਨ, ਸੋਡੀਅਮ ਮੈਟਲ ਬਣ ਗਿਆ। ਉਵੇਂ ਬੱਚੇ 2Cl ਨੈਗੇਟਿਵ, ਆਪਣੇ ਕੋਲ ਕੀ ਬਣ ਜਾਏਗਾ? ਕਲੋਰੀਨ ਪਲੱਸ 2 ਇਲੈਕਟ੍ਰੋਨ ਇਜ਼ ਟੇਕਿੰਗ ਆਊਟ, दैट इज योर क्लोरीन गैस। आई चीज इतनी बच्चे कैथोड से केड़ी रिएक्शन हुई है? सोडियम बनया, सोडियम डिपॉजिट हो गया, और नोड से कौन डिपॉजिट होएगा? क्लोरीन गैस। इस प्रोसेस को क्या बोलते हैं? इलेक्ट्रोलिटिक रिडक्शन। क्लियर है? ਹੁਣ ਬੱਚੇ ਆਇਆ ਮੈਟਲਸ ਦੀ ਰਿਫਾਈਨਿੰਗ ਕਰਨਾ। ਰਿਫਾਈਨਿੰਗ ਦਾ ਮਤਲਬ ਕੀ ਸੀਗਾ? ਸਭ ਤੋਂ ਪਹਿਲਾਂ ਰਿਫਾਈਨਿੰਗ ਦਾ ਮਤਲਬ ਹੈ ਕਿ ਆਪਾਂ ਉਹਨੂੰ ਪਿਓਰ ਫਾਰਮ ਦੇ ਵਿੱਚ ਲੈ ਕੇ ਆਉਣਾ। ਪਿਓਰ ਫਾਰਮ ਦੇ ਵਿੱਚ ਲਿਆਉਣ ਦਾ ਮਤਲਬ ਹੈ ਕਿ ਆਪਾਂ ਉਹਦੇ ਚ ਸਾਰੀਆਂ ਇੰਪਿਓਰਿਟੀਜ਼ ਨੂੰ ਕੀ ਕਰਨਾ? ਰਿਮੂਵ ਕਰਨਾ। When removal of impurities from the metal to obtain the pure metal is called refining of metals. Most common method is electrolytic refining. The removal of impurities from the metal to obtain pure metal, that is known as refining of metal. Most common method of refining of metal, electrolytic refining. इस मेथड ਦੇ ਵਿੱਚ ਕੀ ਹੁੰਦਾ ਬੱਚਾ? ਆਪਾਂ ਇੱਕ ਬਲੌਕ ਲਿਆ ਇੰਪਿਓਰ ਮੈਟਲ ਦਾ, ਉਹਨੂੰ ਆਪਾਂ ਕਿੱਥੇ ਲਿਆਂਦਾ? ਇਜ਼ ਮੇਡ ਦ ਐਨੋਡ। ਵੇਟ ਬੱਚੇ, देखो बच्चे अपने को इलेक्ट्रोलिटिक रिफाइनिंग का मतलब है कि इलेक्ट्रोलिटिक प्रोसेस से कैथोड होगी एक वायर, एक होगी अनोड। जो तो ਆਪਾਂ ਦੋ ਇਹਨਾਂ ਨੇ ਇੱਕ ਟੱਬ ਦੇ ਵਿੱਚ ਰੱਖਿਆ ਜਿੱਥੇ ਆਪਾਂ ਸੋਲੂਸ਼ਨ ਪਾਇਆ, ਦਿਸ ਇਜ਼ ਵਾਇਰ। ਜਦੋਂ ਆਪਾਂ ਦੋਵਾਂ ਨੂੰ ਕਨੈਕਟ ਕੀਤਾ ਵਿਦ ਦ ਹੈਲਪ ਆਫ ਬੈਟਰੀ, ਹਮੇਸ਼ਾ ਯਾਦ ਰੱਖਣਾ कैथोड नेगेटिव चार्ज होएगा ਤੇ कैथोड ਤੇ नेगेटिव आएगा ਤੇ एनोड ਤੇ ਕੀ ਆएगा? पॉजिटिव ऑफ अ बैटरी, बिकॉज एनोड इज पॉजिटिवली चार्ज। इस करके ਹੁੰਦਾ ਜਿਹੜਾ ਬੱਚਾ ਵੱਡੀ ਲਾਈਨ ਹੁੰਦੀ ਹੈ ਪੋਜ਼ਿਟਿਵ ਹੁੰਦੀ ਹੈ, ਛੋਟੀ ਲਾਈਨ 네ਗੇਟਿਵ, ਪੋਜ਼ਿਟਿਵ 네ਗੇਟਿਵ। In this method ਆਪਾਂ ਇੱਕ impure metal ਲਿਆ, ਉਹਨੂੰ ਆਪਾਂ ਕਿੱਥੇ ਰੱਖਿਆ? ਐਨੋਡ ਤੇ। ਥਿਨ ਸ਼ੀਟ ਲਈ ਪਿਓਰ ਮੈਟਲ ਦੀ, ਉਹ ਆਪਣੇ ਕੋਲ ਕਿਹਦੀ ਬਣੀ ਹੋਈ ਹੈ? ਕੈਥੋਡ ਦੀ। ਜਿਹੜੀ ਇਲੈਕਟ੍ਰੋਲਾਈਟ ਕੀ ਲਿਆ ਆਪਾਂ? ਉਹਦੇ ਚ ਸਾਲਟ। ਮੋਸਟਲੀ ਬੱਚੇ ਇਲੈਕਟ੍ਰੋਲਾਈਟ ਆਪਾਂ ਕਿਹੜੀ ਲੈਂਦੇ ਆ? ਸੋਲਟ। ਹੁਣ ਸੋਲਟ ਕਿਹੜਾ ਲਿਆ ਆਪਾਂ? ਇਹਦੇ ਚ ਕਾਪਰ ਸਲਫੇਟ ਸੋਲੂਸ਼ਨ। what you get? CuSO4. The electrolytic is in the electrolytic refining of copper, a block of impure copper is made the anode. Impure copper ਬੱਚੇ ਆਪਣੇ ਕੋਲ anode ਬਣਾਉਂਦਾ ਹੈ। thin sheet of ਜਿਹੜੀ copper ਹੈ ਆਪਣੇ ਕੋਲ cathode ਤੇ ਲਈ ਗਈ ਹੈ। Electrolytic is acidified copper sulfate solution. When electric current pass ਕੀਤਾ electrolyte ਦੇ through, pure copper ਬੱਚੇ ਕਿੱਥੇ ਆ ਜਾਏਗਾ? anode ਤੇ। pure copper from anode is deposited at the cathode. ਹੁਣ ਦੇਖੋ ਬੱਚੇ impure copper ਹੈ, impure ਦੇ ਵਿੱਚ ਉਹਦੀ ਥੋੜੀ ਜਿਹੀ ਅਮਾਉਂਟ ਤਾਂ ਪਿਓਰ ਦੀ ਹੋਏਗੀ, ਉਹ ਜਿਹੜਾ ਪਿਓਰ ਹੈ ਉਹ ਕਿੱਥੇ ਜਾ ਕੇ ਡਿਪੋਜ਼ਿਟ ਹੋ ਜਾਏਗਾ? ਆਪਣੇ ਕੋਲ ਕੈਥੋਡ ਤੇ। ਤੇ ਜਿਹੜੀਆਂ ਇੰਪਿਓਰਿਟੀਜ਼ ਹੈ ਉਹ ਆਪਣੇ ਕੋਲ ਅਨੋਡ ਰੋਡ ਦੇ ਨੀਚੇ ਉਹ ਕੀ ਹੋ ਜਾਣਗੇ? ਡਿਪੋਜ਼ਿਟ ਹੋ ਜਾਣਗੇ, ਲਾਈਕ ਇਨ ਦਿਸ ਫਾਰਮ। ਉਹਨੂੰ ਆਪਾਂ ਕੀ ਬੋਲਦੇ ਆ? ਅਨੋਡ ਮਡ। ਹੁਣ ਇਹਨਾਂ ਜੇ ਆਪਾਂ ਸਿੰਪਲ ਲੈਂਗੁਏਜ ਦੇ ਵਿੱਚ ਸਮਝਣਾ ਹੋਵੇ ਕੀ ਚੀਜ਼ ਉਹ ਕਹਿ ਰਿਹਾ ਹੈ, देखो आपने को अनोड है, आपने को की है कैथोड, इनके को की है इम्प्योर कैथोड है, इनके को की है प्योर कैथोड है।
ਹੁਣ देखो बच्चे ਆਪਾਂ ਇਹਨੂੰ बैटरी ਨਾਲ कनेक्ट ਕੀਤਾ, negative charge positive charge, anode is positive, cathode is negative, this is anode बच्चे impure copper है। ओके बच्चे ਜਦੋਂ ਆਪਾਂ इलेक्ट्रिक करंट पास ਕੀਤਾ, इलेक्ट्रिक करंट is passed, ਜਦੋਂ ਆਪਾਂ ਇਹਦੇ ਇਲੈਕਟ੍ਰਿਕ ਕਰੰਟ ਪਾਸ ਕੀਤਾ, ਜਿਹੜਾ ਪਿਓਰ ਕਾਪਰ ਉਹ ਕਿੱਥੇ ਜਾ ਕੇ ਡਿਪੋਜ਼ਿਟ ਹੋ ਜਾਏਗਾ ਆਪਣੇ ਕੋਲ ਕੈਥੋਡ ਵਾਲੀ ਸਾਈਡ ਤੇ ਜਿਹੜਾ ਆਪਣੇ ਕੋਲ ਇੰਪਿਓਰਿਟੀ ਜੋ ਨੀਚੇ ਅਨੋਡ ਦੇ ਐਜ਼ ਅ ਅਨੋਡ ਮਡ ਕੀ ਹੋ ਜਾਏਗੀ ਡਿਪੋਜ਼ਿਟ। this is your topic of electrolytic refining। okay so let's do next is your topic corrosion। बच्चे corrosion का मतलब होता है जंग लगना। the corrosion is the damage caused to metal due to reaction of metal with oxygen, moisture, carbon dioxide। डैमेज होना मेटल दा ड्यू टू रिएक्शन ऑफ मेटल्स विद ऑक्सीजन, मॉइस्चर, कार्बन। फॉर्मेशन ऑफ ब्राउन कोटिंग ऑफ रस्ट ओवर आयरन, अपने को आयरन कोई भी अपने को करे पुराना कूलर होएगा उनसे जंग लग गया होंगे। फॉर्मेशन ऑफ ग्रीन कोटिंग ऑन द बेसिक कॉपर कार्बोनेट ऑफ ओवर कॉपर, कॉपर ते ग्रीन कोटिंग आ जाती है। ब्लैक कोटिंग हो जाता सिल्वर ते उन्होंने की बोलते हैं कोरोड हो गया, दैट इज क्लोराइड हो गया। ठीक है, टू शो दैट एयर एंड मॉइस्चर are necessary for the rusting of iron। कहते अपने को 3 टेस्ट ट्यूब्स लए, ठीक है 1 2 3 ਆਪਾਂ ਉਹਦੇ ਚ ਆਇਰਨ ਨੇਲਸ ਪੁੱਟ ਕੀਤੇ, put some anhydrous calcium chloride in test tube 1। ਬਸ ਇਹਦੇ ਚ ਆਪਾਂ anhydrous ਦਾ ਮਤਲਬ ਹੈ waterless, anhydrous ਦਾ ਮਤਲਬ ਕੀ ਹੈ waterless। in test tube 1 ਤੇ ਉਹ ਕੀ ਕਰੇਗਾ moisture ਨੂੰ absorb ਕਰ ਲੇਗਾ। pour some boiled distilled water in test tube 2, ਇਹਦੇ ਚ ਆਪਾਂ boiled water ਪਾਤਾ। फिर अपने को pour some oil over it to prevent air to the test tube। जब फिर उत्ते oil दी layer पाती, पहला boiled water पाया, then इत्ते की पाया oil, then अपने को pour some water in test tube थी। हुन जिदे च कल्ला water ही है, हुन जेड़ा आपा जिंदे च आपा anhydrous दा waterless calcium chloride solution पाया सी, उनदे च भी कोई rust नहीं होया, मतलब कोई जंग नहीं लगा। ਇਹਦੇ ਚ ਵੀ ਕੋਈ ਜੰਗ ਨਹੀਂ ਲਗਾ ਬਿਕੋਜ਼ ਆਪਾਂ ਇਹਦੇ ਚ ਆਇਲ ਪਾਤਾ ਸੀਗਾ ਬੋਇਲਿੰਗ ਵਾਟਰ ਦੇ ਵਿੱਚ। ਜਿੰਨੇ ਚ ਸਿੰਪਲ ਵਾਟਰ ਪਾਇਆ ਉਹ ਕੀ ਹੋ ਜਾਏਗਾ ਆਪਣੇ ਕੋਲ ਆਇਰਨ ਨੇਲ, ਜਿਹੜਾ ਲੋਹੇ ਦੀ ਕਿੱਲ ਹੈ ਉਹਨੇ ਕੀ ਹੋ ਜਾਣਾ ਆਪਣੇ ਕੋਲ ਜੰਗ ਲੱਗ ਜਾਏਗਾ ਉਹਨੂੰ। ਠੀਕ ਹੈ, ਨੈਕਸਟ ਹੈ ਪ੍ਰੀਵੈਂਸ਼ਨ ਆਫ ਕੋਰੀਜ਼ਨ। ਹੁਣ ਬੱਚੇ ਪ੍ਰੀਵੈਂਸ਼ਨ ਦੇ ਵਿੱਚ ਗੱਲ ਕਰੀਏ ਕਿ ਪ੍ਰੀਵੈਂਟ ਕਰਨ ਦੇ ਲਈ ਆਪਾਂ ਆਇਲ ਜਾਂ ਗਰੀਸ ਅਪਲਾਈ ਕਰ ਸਕਦੇ ਹਾਂ, ਆਪਾਂ ਉਹਦੇ ਤੇ ਪੇਂਟ ਅਪਲਾਈ ਕਰ ਸਕਦੇ ਹਾਂ। ਗੈਲਵਨਾਈਜੇਸ਼ਨ ਦਾ ਮਤਲਬ ਕੀ ਹੈ ਬੱਚੇ, that is very important, that is coating with zinc, applying oil and grease, applying paint, by galvanization, by tinning। tinning ਦਾ ਮਤਲਬ ਹੈ coating with tin, by electroplating। electroplating ਦਾ ਮਤਲਬ ਹੈ ਕਿ less reactive metals ਨਾਲ ਉਹਨੂੰ ਕੀ ਕਰਨਾ ਕੋਟ ਕਰਨਾ। this is also important। ਬੱਚੇ MCQ, ਬੱਚੇ ਇੱਥੇ MCQs ਨਿਕਲ ਕੇ ਆਉਂਦੇ ਆ। by alloying, alloying ਦਾ ਮਤਲਬ ਕੀ ਹੁੰਦਾ alloy बनाना। alloy ਕੀ ਹੈ, ਇਹ ਮਿਕਸਚਰ alloy is basically homogeneous। homo ਦਾ ਮਤਲਬ ਹੁੰਦਾ ਬੱਚੇ ਇੱਕ ਬੱਚੇ ਵਰਡ ਆਉਂਦਾ ਤੁਹਾਡੇ ਕੋਲ ਸਾਇੰਸ ਚ ਹੋਮੋ, ਇੱਕ ਹੁੰਦਾ ਹੀਟਰੋ। ਹੋਮੋ ਮੀਨਸ ਹੁੰਦਾ ਸੇਮ, ਹੀਟਰੋ ਮੀਨਸ ਹੁੰਦਾ ਡਿਫਰੈਂਟ। alloy is a homogeneous mixture of metal with other metals or non-metals। homogeneous mixture ਹੋਏਗਾ ਮੈਟਲ ਦਾ, ਮੈਟਲ ਦੇ ਨਾਲ ਜਾਂ ਉਹਦੇ ਨॉन ਮੈਟਲ। ਜਿਵੇਂ ਸਟੀਲ ਹੈ ਉਹ ਕਿੰਨਾ ਮਿਕਸਚਰ ਆਇਰਨ ਤੇ ਕਾਰਬਨ ਦਾ। ਸਟੇਨਲੈਸ ਸਟੀਲ ਆਇਰਨ ਕਾਰਬਨ ਕੋਬਾਲਟ ਨਿਕਲ, ਆਇਰਨ ਕਾਰਬਨ ਕੋਬਾਲਟ ਨਿਕਲ। ब्रास बच्चे किदा होएगा कॉपर जिंक, ब्रोंज होएगा कॉपर टिन, सोल्डर बच्चे दिस इज इंपॉर्टेंट बच्चे, these are also basically your MCQs, चंगी तरह याद कर लेना। used for welding electric wires together, lead ਤੇ tin ਦਾ ਬਣਿਆ। बच्चे if one of the metals in an alloy is mercury, ਉਹਨੂੰ ਕੀ ਬੋਲਦੇ ਅਮਲਗਮ। ਕੋਈ ਵੀ ਮੈਟਲ ਜੇ ਆਪਣੇ ਕੋਲ ਮਰਕਰੀ ਹੋਏਗਾ ਅਲੋਏ ਦੇ ਵਿੱਚ ਉਹਨੂੰ ਕੀ ਬੋਲਦੇ ਅਮਲਗਮ। बच्चे chapter is completed। in next video ਆਪਾਂ ਇਹਦੇ MCQs ਕਰਾਂਗੇ। अगर कोई भी doubt है you can share comment, I will solve it। okay so next video, today we covered metals and non-metals, and next video MCQs of this topic, solved MCQ basically।
Okay, till then, any doubt? Please comment. Thanks. I'm your Simran Dhawan. Okay, fine. Bye.